हाँ जी बेटे, ਆਪਾਂ ਜਿਹੜਾ ਨੈਕਸਟ ਆਪਣਾ ਚੈਪਟਰ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਆਪਾਂ ਇਹ ਚਾਰ ਜਿਹੜੇ ਐਲੀਮੈਂਟ ਸੀਗੇ ਡਾਇਰੈਕਟਿੰਗ ਦੇ ਉਹਨਾਂ ਨੂੰ ਡਿਸਕਸ ਕਰਾਂਗੇ। ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੇ, ਪਰ ਇੱਕ ਮੋਟਾ ਮੋਟਾ ਆਈਡੀਆ ਤੁਹਾਨੂੰ ਮਿਲ ਜਾਏਗਾ। ਸੁਪਰਵਿਜ਼ਨ, ਮੋਟੀਵੇਸ਼ਨ, ਲੀਡਰਸ਼ਿਪ ਐਂਡ ਕਮਿਊਨੀਕੇਸ਼ਨ। ਸੁਪਰਵਿਜ਼ਨ ਯਾਨੀ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਨਿਰੀਖਣ ਵੀ ਕਹਿ ਦਿੰਦੇ ਹਾਂ। ਨਿਰੀਖਣ ਪੰਜਾਬੀ ਭਾਸ਼ਾ ਦਾ ਸ਼ਬਦ ਨਿਰੀਖਣ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਸੁਪਰਵਿਜ਼ਨ ਤੋਂ ਬਣਿਆ ਹੈ, ਜਿਹੜਾ ਕਿ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਸੁਪਰ ਅਤੇ ਵਿਜ਼ਨ। ਸੁਪਰ ਦਾ ਮਤਲਬ ਹੁੰਦਾ ਹੈ ਵੀ ਕਿਸੇ ਵਿਅਕਤੀ ਨੂੰ ਉੱਪਰੋਂ, ਯਾਨੀ ਕੋਈ ਕੰਮ ਕਰ ਰਿਹਾ ਤਾਂ ਉਹਦੇ ਉੱਪਰ ਕੋਈ ਵਿਅਕਤੀ ਹੋਵੇ, ਤੇ ਵਿਜ਼ਨ ਦਾ ਮਤਲਬ ਹੁੰਦਾ ਦੇਖਣਾ, ਯਾਨੀ ਕੰਮ ਕਰਦੇ ਹੋਏ ਵਿਅਕਤੀ ਨੂੰ ਦੇਖਣਾ ਹੀ ਸੁਪਰਵਿਜ਼ਨ ਜਾਂ ਨਿਰੀਖਣ ਹੈ। ਕਿਸੇ ਵਿਅਕਤੀ ਜਾਂ ਕਾਰਜ ਦਾ ਉੱਪਰੋਂ ਧਿਆਨ ਰੱਖਣਾ ਹੀ ਸੁਪਰਵਿਜ਼ਨ ਹੈ। ਪ੍ਰਬੰਧਨ ਦੇ ਵਿੱਚ, ਮੈਨੇਜਮੈਂਟ ਦੇ ਵਿੱਚ ਇਸ ਦਾ ਥੋੜ੍ਹਾ ਜਿਹਾ ਐਲੈਬੋਰੇਟ ਆਪਾਂ ਜੇ ਇਹਨੂੰ ਕਰੀਏ ਤਾਂ ਨਿਰੀਖਣ ਤੋਂ ਭਾਵ ਹੈ ਨਿਰਦੇਸ਼ਨ ਦੇ ਉਸ ਤੱਤ ਤੋਂ ਹੈ ਜਿਸ ਦੇ ਅੰਤਰਗਤ ਉੱਚ ਅਧਿਕਾਰੀਆਂ ਦੁਆਰਾ ਆਪਣੇ ਸਬੋਰਡੀਨੇਟਸ ਦੀਆਂ ਕਾਰਜਕਾਰੀ ਗਤੀਵਿਧੀਆਂ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਯਕੀਨੀ ਬਣਾਇਆ ਜਾਂਦਾ ਹੈ ਕਿ ਉਹ ਜੋ ਉਹਨਾਂ ਨੂੰ ਕੰਮ ਜਾਂ ਜੋ ਪ੍ਰੋਗਰਾਮ ਜਾਂ ਜੋ ਟਾਸਕ ਦਿੱਤਾ ਗਿਆ ਹੈ ਪਲੈਨਿੰਗ ਦੇ ਮੁਤਾਬਕ, ਉਹ ਉਸ ਨੂੰ ਚੰਗੀ ਤਰ੍ਹਾਂ ਨਾਲ ਕਰਨ। ਅਜਿਹਾ ਕਰਨ ਦਾ ਮੁੱਖ ਕਾਰਨ ਜਾਂ ਉਦੇਸ਼ ਹੁੰਦਾ ਹੈ, ਯਾਨੀ ਜੋ ਆਪਣਾ ਸੰਗਠਨ ਨੇ ਉਹਨਾਂ ਨੂੰ ਟਾਰਗੇਟ ਦਿੱਤਾ ਹੈ ਕਿ ਉਹ ਉਸ ਨੂੰ ਸਹੀ ਢੰਗ ਨਾਲ ਕਰ ਰਹੇ ਹਨ, ਯਾਨੀ ਸੁਪਰਵਾਈਜ਼ਰਸ ਦੇ ਦੁਆਰਾ ਉਸ ਕੰਮ ਨੂੰ ਦੇਖਿਆ ਜਾਂਦਾ ਹੈ। ਲੋੜ ਪੈਣ 'ਤੇ ਉਹਨਾਂ ਦੀ ਹੈਲਪ ਵੀ ਕੀਤੀ ਜਾਂਦੀ ਹੈ ਤਾਂ ਕਿ ਉਹ ਆਪਣੇ ਕੰਮ ਨੂੰ ਬੜੇ ਵਧੀਆ ਢੰਗ ਨਾਲ ਕਰ ਸਕਣ। ਜੇ ਆਪਾਂ ਇਹਦੀ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਵਿਟੇਲਸ ਨੇ ਇਹਦੀ ਡੈਫੀਨੇਸ਼ਨ ਦਿੱਤੀ ਹੈ, ਜਿਸ ਦਾ ਅਰਥ ਹੈ ਸੁਪਰਵਿਜ਼ਨ ਰੈਫਰਸ ਟੂ ਡਾਇਰੈਕਟ ਐਂਡ immediate guidance and control of subordinates in the performance of their tasks। ਯਾਨੀ ਨਿਰੀਖਣ ਤੋਂ ਭਾਵ ਹੈ ਜਿਹੜੇ ਤੁਹਾਡੇ ਸਬੋਰਡੀਨੇਟਸ ਨੇ ਉਹਨਾਂ ਨੂੰ ਪ੍ਰਤੱਖ ਰੂਪ ਦੇ ਵਿੱਚ ਉੱਪਰੋਂ ਕੰਮ ਕਰਦੇ ਹੋਏ ਦੇਖਣਾ ਔਰ ਤੁਰੰਤ ਅਗਵਾਈ ਅਤੇ ਨਿਯੰਤਰਣ ਦੇਣਾ ਤਾਂ ਕਿ ਉਹ ਆਪਣੇ ਕਾਰਜਾਂ ਨੂੰ ਸਫਲਤਾਪੂਰਵਕ ਜਾਂ ਕੁਸ਼ਲਤਾਪੂਰਵਕ ਕੰਮ ਕਰ ਸਕਣ। ਤਾਂ ਨਿਰੀਖਣ ਦੀਆਂ ਬੇਟੇ ਆਮ ਤੌਰ 'ਤੇ ਆਪਾਂ ਨੂੰ ਜਿਹੜਾ ਇਹ ਸੁਪਰਵਿਜ਼ਨ ਦੇ ਵਿੱਚ ਪ੍ਰਸ਼ਨ ਕੀ ਬਣਦੇ ਹਨ, 2-3 ਪ੍ਰਸ਼ਨ ਹੀ ਪੁੱਛੇ ਜਾਂਦੇ ਹਨ ਜ਼ਿਆਦਾਤਰ। ਸਭ ਤੋਂ ਪਹਿਲਾ ਪ੍ਰਸ਼ਨ ਤਾਂ ਜਿਹੜਾ ਪੁੱਛਿਆ ਜਾਂਦਾ ਹੈ ਉਹ ਹੈ ਇਹਦੇ ਫੀਚਰਸ ਕੀ ਹਨ, ਜਿਨ੍ਹਾਂ ਨੂੰ ਆਪਾਂ ਕਰੈਕਟਰਿਸਟਿਕਸ ਵੀ ਕਹਿ ਦਿੰਦੇ ਹਾਂ, ਫੀਚਰਸ ਵੀ ਕਹਿ ਦਿੰਦੇ ਹਾਂ, ਵਿਸ਼ੇਸ਼ਤਾਵਾਂ ਵੀ ਕਹਿ ਦਿੰਦੇ ਹਾਂ, ਸਰੂਪ ਵੀ ਕਹਿ ਦਿੰਦੇ ਹਾਂ। ਯਾਨੀ ਕਰੈਕਟਰਿਸਟਿਕਸ ਪਹਿਲੇ ਆਉਣਗੀਆਂ, ਫਿਰ ਉਸ ਤੋਂ ਬਾਅਦ ਇਹ ਆ ਜਾਂਦਾ ਇਹਦੇ ਵਿੱਚ ਨਿਰੀਖਣ ਦੀ, ਜਿਹੜੀ ਨਿਰੀਖਕ ਦੀ ਜਾਂ ਨਿਰੀਖਣ ਦੀ ਭੂਮਿਕਾ ਮਹੱਤਵਪੂਰਨ ਕਿਉਂ ਹੈ, ਇਸ ਦੇ ਕੀ ਕੰਮ ਹੈ, ਨਿਰੀਖਣ ਕਿਉਂ ਜ਼ਰੂਰੀ ਹੈ, ਇਸ ਤੇ ਚਰਚਾ ਕਰੋ। ਜਾਂ ਇੱਕ ਪ੍ਰਸ਼ਨ ਇਹਦੇ ਵਿੱਚ ਜ਼ਿਆਦਾਤਰ ਪੁੱਛਿਆ ਜਾਂਦਾ ਹੈ ਇੱਕ ਚੰਗੇ ਨਿਰੀਖਕ ਦੇ ਜਾਂ ਇੱਕ ਚੰਗੇ ਨੇਤਾ ਦੇ 3 ਗੁਣ ਕੋਈ ਦੱਸੋ, ਯਾਨੀ ਕਿਹੜਾ ਬੰਦਾ ਗੁੱਡ ਸੁਪਰਵਾਈਜ਼ਰ ਹੁੰਦਾ ਹੈ। ਜਾਂ ਇਹਦੇ 'ਚ ਆਉਂਦਾ ਹੈ ਮੇਨ ਤੌਰ 'ਤੇ ਡਿਫਰੈਂਸ਼ੀਏਟ ਕਰਨਾ ਡਾਇਰੈਕਸ਼ਨ ਤੇ ਸੁਪਰਵਿਜ਼ਨ ਦੇ ਵਿੱਚ, ਦੋਵਾਂ ਦੇ ਵਿੱਚ ਫਰਕ ਕੀ। ਤਾਂ ਜੇ ਤੁਸੀਂ ਨਿਰੀਖਣ ਨੂੰ ਚੰਗੀ ਤਰ੍ਹਾਂ ਸਮਝ ਲਿਆ ਤੇ ਬੜੀਆਂ ਆਸਾਨ ਨੇ। ਨਿਰੀਖਣ ਦੀਆਂ ਵਿਸ਼ੇਸ਼ਤਾਵਾਂ ਕੀ ਨੇ? ਨਿਰੀਖਣ ਦੀ ਪ੍ਰਕਿਰਿਆ ਵਿੱਚ ਦਾ ਸੰਬੰਧ ਇਹ ਯਕੀਨੀ ਬਣਾਉਣ ਨਾਲ ਹੁੰਦਾ ਹੈ ਕਿਉਂ ਨਿਰੀਖਣ ਕੀਤਾ ਜਾਂਦਾ, ਸੁਪਰਵਾਈਜ਼ ਕਿਉਂ ਕੀਤਾ ਜਾਂਦਾ ਹੈ, ਤਾਂ ਕਿ ਜਿਹੜੇ ਸਬੋਰਡੀਨੇਟਸ ਨੇ ਜਾਂ ਜਿਹੜੇ ਕਰਮਚਾਰੀ ਨੇ ਉਹ ਆਪਣੇ ਕੰਮ ਅਤੇ ਆਪਣੀਆਂ ਗਤੀਵਿਧੀਆਂ ਨੂੰ ਨਿਰਧਾਰਤ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਅਨੁਸਾਰ ਸੰਚਾਲਿਤ ਕਰਨ। ਯਾਨੀ ਆਪਦੇ ਕੰਮ ਨੂੰ ਚੰਗੀ ਤਰ੍ਹਾਂ ਕਰ ਰਹੇ ਹਨ ਕਿ ਨਹੀਂ ਕਰ ਰਹੇ, ਜਿਸ ਤਰ੍ਹਾਂ ਉਹਨਾਂ ਨੂੰ ਕੰਮ ਦਿੱਤਾ ਗਿਆ ਹੈ ਉਹਦੇ ਮੁਤਾਬਕ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ। ਨਿਰੀਖਣ ਦੀ ਪ੍ਰਕਿਰਿਆ ਸਰਵ ਵਿਆਪਕ ਹੈ, ਇਹ ਹਰ ਸੰਗਠਨ ਵਿੱਚ ਹਰ ਪ੍ਰਬੰਧਕੀ ਪੱਧਰ ਤੇ ਮੌਜੂਦ ਹੁੰਦੀ ਹੈ। ਯਾਨੀ ਹਰ ਮੈਨੇਜਮੈਂਟ ਦੇ ਹਰ ਲੈਵਲ ਤੇ ਥੱਲੇ ਵਾਲੇ ਵਿਅਕਤੀਆਂ ਨੂੰ ਵੀ ਸੁਪਰਵਾਈਜ਼ ਕੀਤਾ ਜਾਂਦਾ ਹੈ, ਉਸ ਤੋਂ ਉੱਪਰ ਵਾਲਿਆਂ ਨੂੰ ਵੀ, ਉਸ ਤੋਂ ਉੱਪਰ ਵਾਲਿਆਂ ਨੂੰ, ਯਾਨੀ ਸਭ ਨੂੰ ਸੁਪਰਵਾਈਜ਼ ਕੀਤਾ ਜਾਂਦਾ ਹੈ ਤਾਂ ਕਿ ਕਿਸੇ ਵੀ ਲੈਵਲ ਤੇ ਕੋਈ ਵੀ ਨੈਗਲੀਜੈਂਸੀ ਜਾਂ ਕੋਈ ਵੀ ਗਲਤੀ ਨਾ ਹੋਵੇ। ਬਾਕੀ ਪ੍ਰਬੰਧਕੀ ਕਾਰਜਾਂ ਵਾਂਗ ਨਿਰੀਖਣ ਦਾ ਕਾਰਜ ਦਾ ਮੁੱਖ ਉਦੇਸ਼ ਵੀ ਸੰਗਠਨ ਦੇ ਉਦੇਸ਼ਾਂ ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣਾ ਹੁੰਦਾ ਹੈ।
ਉਸ ਤੋਂ ਬਾਅਦ ਨਿਰੀਖਣ ਦੇ ਸਦਕਾ ਹੀ ਦੂਸਰਿਆਂ ਤੋਂ ਕੁਸ਼ਲਤਾਪੂਰਵਕ ਕਾਰਜ ਕਰਵਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦੀਆਂ ਬੇਟੇ ਵਿਸ਼ੇਸ਼ਤਾਵਾਂ ਨੇ। ਨਿਰੀਖਣ ਦੀ ਪ੍ਰਕਿਰਿਆ ਇੱਕ ਨਿਰੰਤਰ ਪ੍ਰਕਿਰਿਆ ਹੈ, ਲਗਾਤਾਰ ਜਾਰੀ ਰਹਿੰਦੀ। ਆਪਾਂ ਨੂੰ ਵੀ ਪਤਾ ਹੈ ਵੀ ਨਿਰੀਖਣ ਜਿਹੜਾ ਹੈ ਉਹ ਰੈਗੂਲਰਲੀ ਕਰਨਾ ਪੈਂਦਾ ਹੈ। ਜਿਵੇਂ ਤੁਸੀਂ ਬੱਚਿਆਂ ਤੋਂ ਅਸੀਂ ਕੰਮ ਕਰਵਾਉਂਦੇ ਹਾਂ ਔਰ ਰੈਗੂਲਰਲੀ ਉਹਨਾਂ ਨੂੰ ਸੁਪਰਵਾਈਜ਼ ਕਰਦੇ ਹਾਂ। ਜੋ ਕੰਮ ਕਰਵਾਇਆ ਜਾਂਦਾ ਹੈ ਜਾਂ ਜੋ ਕੰਮ ਦਿੱਤਾ ਜਾਂਦਾ ਹੈ ਉਸ ਨੂੰ ਰੈਗੂਲਰਲੀ ਸੁਪਰਵਾਈਜ਼ ਕੀਤਾ ਜਾਂਦਾ ਹੈ, ਚੈੱਕ ਕੀਤਾ ਜਾਂਦਾ ਹੈ, ਤਾਂ ਕਿ ਔਰ ਜਿੱਥੇ ਗਲਤੀਆਂ ਹੋਣ ਉਹਨਾਂ ਗਲਤੀਆਂ ਨੂੰ ਸੁਧਾਰਿਆ ਜਾਂਦਾ ਹੈ ਔਰ ਉਹਨਾਂ ਨੂੰ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਵੀ ਇੱਥੇ ਗਲਤੀ ਹੈ, ਤਾਂ ਕਿ ਉਹ ਅੱਗੇ ਤੋਂ ਉਸ ਢੰਗ ਨੂੰ ਉਸ ਕੰਮ ਨੂੰ ਵਧੀਆ ਢੰਗ ਨਾਲ ਕਰ ਸਕਣ। ਨਿਰੀਖਕਾਂ ਵਿੱਚ ਨਿਰੀਖਣ ਕਰਨ ਦੀ ਅਧਿਕਾਰ ਸ਼ਕਤੀ ਉੱਚ ਅਧਿਕਾਰੀਆਂ ਦੁਆਰਾ ਨਿਰੀਖਣ ਨੂੰ ਦਿੱਤੀ ਗਈ ਅਧਿਕਾਰ ਸ਼ਕਤੀ ਦੀ ਸਪੁਰਦਗੀ ਕਰਨ ਕਰਕੇ ਪੈਦਾ ਹੁੰਦੀ ਹੈ। ਯਾਨੀ ਨਿਰੀਖਣ ਦੇ ਜਿਹੜੇ ਬੇਟੇ ਹਰ ਪੱਧਰ ਤੇ ਅਧਿਕਾਰੀਆਂ ਨੂੰ ਅਧਿਕਾਰ ਦਿੱਤੇ ਜਾਂਦੇ ਹਨ ਵੀ ਉਹ ਕਿਸ ਲੈਵਲ ਤੱਕ ਦਾ ਕੰਮ ਤੁਹਾਡਾ ਚੈੱਕ ਕਰ ਸਕਦਾ ਹੈ। ਇਹ ਅਧਿਕਾਰ ਜਿਹੜੇ ਨੇ ਮੈਨੇਜਮੈਂਟ ਦੁਆਰਾ ਉਹਨਾਂ ਨੂੰ ਦਿੱਤੇ ਜਾਂਦੇ ਹਨ। ਨਿਰੀਖਕ ਦੀ ਪ੍ਰਕਿਰਿਆ ਸੰਗਠਨ ਵਿੱਚ ਤਾਲਮੇਲ ਅਤੇ ਸਹਿਯੋਗ ਦੇ ਵਿੱਚ ਵਾਧਾ ਕਰਦੀ ਹੈ, ਜਿਸ ਨਾਲ ਸੰਗਠਨ ਨੂੰ ਕਈ ਲਾਭ ਹੁੰਦੇ ਹਨ। ਤਾਂ ਇਹ ਬੇਟੇ ਕੁਝ ਇਹਦੀਆਂ ਵਿਸ਼ੇਸ਼ਤਾਵਾਂ ਸੀਗੀਆਂ। ਉਸ ਤੋਂ ਬਾਅਦ ਅੱਗੇ ਆਉਂਦਾ ਹੈ ਇਹਦੀ ਇੰਪੋਰਟੈਂਸ ਕੀ ਹੈ, ਕਿਉਂ ਮਹੱਤਵਪੂਰਨ ਹੈ। ਹੁਣ ਵੇਖੋ, ਜੇ ਰੈਗੂਲਰਲੀ ਕੋਈ ਵੀ ਕੰਮ ਤੁਹਾਨੂੰ ਦਿੱਤਾ ਗਿਆ ਹੈ, ਜੇ ਰੈਗੂਲਰਲੀ ਉਹਨੂੰ ਸੁਪਰਵਾਈਜ਼ ਕੀਤਾ ਜਾਏਗਾ, ਦੇਖਿਆ ਜਾਏਗਾ, ਤਾਂ ਕੀ ਕੰਮ ਵਧੀਆ ਢੰਗ ਨਾਲ ਨਹੀਂ ਹੋਏਗਾ, ਕੰਮ ਦੀ ਕੁਸ਼ਲ ਵੰਡ ਵਿੱਚ ਸਹਾਇਕ ਹੋਏਗਾ। ਕੰਮ ਵੇਖੋ, ਜਦੋਂ ਕੰਮ ਨੂੰ ਵੰਡ ਦਿੱਤਾ ਗਿਆ, ਫਿਰ ਮੰਨ ਲਓ ਦੇਖਿਆ ਗਿਆ ਵੀ ਕੰਮ ਕਈਆਂ ਕੋਲੇ ਕੰਮ ਹੋ ਸਕਦਾ ਜ਼ਿਆਦਾ ਹੋਵੇ, ਕਈਆਂ ਕੋਲੇ ਘੱਟ ਹੋਵੇ, ਤਾਂ ਲੋੜ ਪੈਣ ਤੇ ਜੇ ਆਪਾਂ ਵੇਖੋ ਕੰਮ ਦੇਣ ਤੋਂ ਬਾਅਦ ਸੁਪਰਵਿਜ਼ਨ ਹੀ ਨਹੀਂ ਕਰਦੇ ਤਾਂ ਲੋੜ ਮੁਤਾਬਕ ਚੇਂਜਸ ਵੀ ਕੀਤੀਆਂ ਜਾ ਸਕਦੀਆਂ ਹਨ। ਯਾਨੀ ਕੰਮ ਦੀ ਕੁਸ਼ਲ ਵੰਡ ਦੇ ਵਿੱਚ ਇਹ ਸਹਾਇਕ ਹੁੰਦਾ ਹੈ। ਸਾਧਨਾਂ ਦਾ ਉੱਚਤਮ ਪ੍ਰਯੋਗ ਹੁੰਦਾ ਹੈ। ਜਦੋਂ ਆਪਾਂ ਨੂੰ ਕੋਈ ਵਿਅਕਤੀ ਵੇਖੋ ਕਿਸੇ ਫੈਕਟਰੀ ਦੇ ਵਿੱਚ, ਜੇ ਤੁਹਾਨੂੰ ਪਤਾ ਹੋਵੇ ਵੀ ਤੁਹਾਡੇ ਉੱਪਰ ਕੋਈ ਵਿਅਕਤੀ ਖੜਾ ਹੈ ਔਰ ਤੁਹਾਨੂੰ ਸੁਪਰਵਾਈਜ਼ ਕਰ ਰਿਹਾ ਹੈ, ਤੁਹਾਨੂੰ ਵੇਖ ਰਿਹਾ ਹੈ, ਤੁਹਾਨੂੰ ਲੋੜ ਪੈਣ ਤੇ ਉਹ ਟੋਕ ਸਕਦਾ ਹੈ, ਤੁਹਾਡੇ ਵਿੱਚ ਸੁਧਾਰ ਕਰ ਸਕਦਾ ਹੈ, ਤਾਂ ਤੁਸੀਂ ਕਦੇ ਵੀ ਕਿਸੇ ਚੀਜ਼ ਦਾ ਨੁਕਸਾਨ ਨਹੀਂ ਹੋਣ ਦਿਓਗੇ। ਯਾਨੀ ਕਦੇ ਵੀ ਨੁਕਸਾਨ ਹੋਏਗਾ ਹੀ ਨਹੀਂ, ਕਿਉਂਕਿ ਜਦੋਂ ਕੋਈ ਉੱਪਰ ਵਿਅਕਤੀ ਨਹੀਂ ਹੁੰਦਾ ਉਦੋਂ ਨੁਕਸਾਨ ਹੋਣ ਦੇ ਚਾਂਸਸ ਵੱਧ ਜਾਂਦੇ ਹਨ। ਤਾਂ ਸਾਧਨਾਂ ਦਾ ਉੱਚਤਮ ਪ੍ਰਯੋਗ ਹੁੰਦਾ ਹੈ। ਕਰਮਚਾਰੀਆਂ ਨੂੰ ਪ੍ਰੇਰਿਤ ਕਰਨ ਵਿੱਚ ਸਹਾਇਕ ਹੁੰਦਾ ਹੈ। ਜਿਹੜਾ ਸੁਪਰਵਿਜ਼ਨ ਹੈ, ਜਿੱਥੇ ਲੋੜ ਪੈਣ ਤੇ ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਸੁਪਰਵਾਈਜ਼ ਜੇ ਕਰ ਰਿਹਾ ਹੁੰਦਾ ਹੈ ਵਿਅਕਤੀ, ਉਹ ਉਹਨਾਂ ਨੂੰ ਲੋੜ ਪੈਣ ਤੇ ਅਗਵਾਈ ਵੀ ਦੇ ਸਕਦਾ ਹੈ, ਮੋਟੀਵੇਟ ਵੀ ਕਰ ਸਕਦਾ ਹੈ। ਕੋਈ ਕਿਸੇ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਉਹਨੂੰ ਦੱਸ ਸਕਦਾ ਹੈ। ਤਾਂ ਇਸ ਦੇ ਨਾਲ ਉਸ ਦੀ ਕੁਸ਼ਲਤਾ ਦੇ ਵਿੱਚ ਵੀ ਸੁਧਾਰ ਹੁੰਦਾ ਹੈ ਔਰ ਕਰਮਚਾਰੀ ਪ੍ਰੇਰਿਤ ਹੁੰਦੇ ਹਨ। ਪ੍ਰਭਾਵੀ ਸੰਚਾਰ ਵਿੱਚ ਵੀ ਸਹਾਇਕ ਹੁੰਦਾ ਹੈ। ਜਦੋਂ ਕੋਈ ਤੁਹਾਨੂੰ ਸੁਪਰਵਾਈਜ਼ ਕਰ ਰਿਹਾ ਹੈ, ਜਿਹੜਾ ਜਿਹਨੂੰ ਆਪਾਂ ਨਿਰੀਖਕ ਕਹਿੰਦੇ ਹਾਂ, ਸੁਪਰਵਾਈਜ਼ਰ ਕਹਿੰਦੇ ਹਾਂ, ਜਿਵੇਂ ਆਮ ਤੌਰ ਤੇ ਆਪਾਂ ਮੰਨ ਲਓ ਇੱਕ ਬੈਂਕ ਦੀ ਗੱਲ ਕਰੀਏ, ਇੱਕ ਬੈਂਕ ਦੇ ਵਿੱਚ ਮੰਨ ਲਓ ਜਿਹੜਾ ਬੈਂਕ ਦਾ ਮੈਨੇਜਰ ਹੈ ਉਹ ਸਾਰੇ ਕੰਮ ਨੂੰ ਆਪਣੇ ਕੈਬਨ ਤੋਂ ਬੈਠਾ ਜਾਂ ਕੈਮਰਿਆਂ ਦੇ ਵਿੱਚ ਬੈਠਾ ਹਰ ਕੰਮ ਨੂੰ ਦੇਖ ਰਿਹਾ ਹੁੰਦਾ ਹੈ, ਤੁਹਾਨੂੰ ਸੁਪਰਵਾਈਜ਼ ਕਰ ਰਿਹਾ ਹੁੰਦਾ ਹੈ। ਤਾਂ ਕਿਸੇ ਵੀ ਤਰ੍ਹਾਂ ਦੀ ਜੇ ਦਿੱਕਤ ਪਰੇਸ਼ਾਨੀ ਤੁਹਾਡੇ ਕੰਮ ਵਿੱਚ ਹੁੰਦੀ ਹੈ ਤਾਂ ਉਹ ਕਰਮਚਾਰੀਆਂ ਨੂੰ ਕਹਿ ਕੇ ਉਹਦੇ ਵਿੱਚ ਸੁਧਾਰ ਕਰਵਾ ਸਕਦਾ ਹੈ। ਯਾਨੀ ਪ੍ਰਭਾਵੀ ਸੰਚਾਰ ਦੇ ਵਿੱਚ ਵੀ ਇਹ ਸਹਾਇਕ ਹੁੰਦਾ ਹੈ, ਕੰਮ ਨੂੰ ਸਫਲਤਾਪੂਰਵਕ ਕਰਵਾਉਣ ਦੇ ਵਿੱਚ ਵੀ ਬੜਾ ਹੀ ਵਧੀਆ ਰਹਿੰਦਾ ਹੈ। ਇਸ ਦੇ ਨਾਲ ਵਧੀਆ ਅਨੁਸ਼ਾਸਨ ਬਣਦਾ ਹੈ, ਸਹਿਯੋਗ ਅਤੇ ਤਾਲਮੇਲ ਦੀ ਸਥਾਪਨਾ ਹੁੰਦੀ ਹੈ, ਕੁਸ਼ਲ ਨਿਯੰਤਰਣ ਦੇ ਵਿੱਚ ਵੀ ਇਹ ਸਹਾਇਕ ਹੁੰਦਾ ਹੈ। ਯਾਨੀ ਜਦੋਂ ਕੋਈ ਆਪਾਂ ਨੂੰ ਵਿਅਕਤੀ ਸੁਪਰਵਾਈਜ਼ ਕਰ ਰਿਹਾ ਹੈ, ਦੇਖ ਰਿਹਾ ਹੈ, ਕੰਟਰੋਲ ਕਰ ਰਿਹਾ ਹੈ, ਤਾਂ ਕੰਮ ਜਿਹੜਾ ਹੈ ਉਹ ਬੜਾ ਨਿਯੰਤਰਿਤ ਹੋ ਕੇ ਚੱਲਦਾ ਹੈ ਔਰ ਬੜਾ ਵਧੀਆ ਢੰਗ ਨਾਲ ਕੰਮ ਹੁੰਦਾ ਹੈ। ਇਸ ਤਰ੍ਹਾਂ ਦੇ ਬੇਟੇ ਸੰਗਠਨ ਦੀ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਸਹਾਇਕ ਹੁੰਦਾ ਹੈ। ਲਗਭਗ ਰਲਦੇ ਮਿਲਦੇ ਪੁਆਇੰਟਸ ਹੀ ਹੁੰਦੇ ਹਨ। ਤਾਂ ਬੇਟੇ ਇਸ ਤਰ੍ਹਾਂ ਦੇ ਨਾਲ ਤੁਸੀਂ ਇਹ ਸਾਰੇ ਪੁਆਇੰਟਸ ਜਿਹੜੇ ਨੇ ਇਹ ਚੈੱਕ ਕਰ ਲੈਣੇ ਨੇ। ਨਿਰਦੇਸ਼ਨ ਅਤੇ ਨਿਰੀਖਣ, ਹੁਣ ਆਪਾਂ ਨੂੰ ਪਤਾ ਹੈ ਨਿਰਦੇਸ਼ਨ ਦਾ ਇੱਕ ਪਾਰਟ ਹੈ, ਇੱਕ ਤੱਤ ਹੈ ਨਿਰੀਖਣ, ਸੁਪਰਵਿਜ਼ਨ। ਨਿਰਦੇਸ਼ਨ ਦੇ ਜਿਹੜੇ ਆਪਾਂ 4 ਐਲੀਮੈਂਟਸ ਕੀਤੇ ਹਨ, ਜਿਨ੍ਹਾਂ ਦੀ ਆਪਾਂ ਹੁਣ ਗੱਲ ਕਰ ਰਹੇ ਹਾਂ, ਸੁਪਰਵਿਜ਼ਨ, ਮੋਟੀਵੇਸ਼ਨ, ਲੀਡਰਸ਼ਿਪ ਔਰ ਕਮਿਊਨੀਕੇਸ਼ਨ। ਨਿਰਦੇਸ਼ਨ ਸਾਰਾ ਟੋਟਲੀ ਮਿਲਾ ਦਈਏ ਤਾਂ ਉਹ ਨਿਰਦੇਸ਼ਨ ਹੁੰਦਾ ਹੈ ਔਰ ਨਿਰੀਖਣ ਉਹਦਾ ਇੱਕ, ਸੁਪਰਵਿਜ਼ਨ ਉਹਦਾ ਇੱਕ ਸਿਰਫ ਹਿੱਸਾ ਹੁੰਦਾ ਹੈ। ਤਾਂ ਇਹ ਬੇਟੇ 5-7 ਪੁਆਇੰਟਸ ਦਿੱਤੇ ਹੋਏ ਨੇ, ਇਹ ਤੁਸੀਂ ਕਰ ਲੈਣੇ ਨੇ। ਸੌਖੇ ਪੁਆਇੰਟਸ ਨੇ ਜਿਹੜੇ ਆਪਾਂ ਆਲਰੇਡੀ ਕਰ ਚੁੱਕੇ ਹਾਂ। ਨੈਕਸਟ ਬੇਟੇ ਆਪਣਾ ਜਿਹੜਾ ਐਲੀਮੈਂਟ ਹੈ ਉਹ ਹੈ ਪ੍ਰੇਰਨਾ ਜਾਂ ਮੋਟੀਵੇਸ਼ਨ।
ਡਾਇਰੈਕਸ਼ਨ ਦਾ ਢੰਗ ਕੀ ਹੈ? ਮੋਟੀਵੇਸ਼ਨ ਕਰਨਾ। ਜਿਵੇਂ ਤੁਸੀਂ ਆਮ ਤੌਰ ਤੇ ਤੁਸੀਂ ਵੇਖਿਆ ਹੋਇਆ ਕਲਾਸ ਦੇ ਵਿੱਚ ਅਸੀਂ ਵੀ ਤੁਹਾਨੂੰ ਮੋਟੀਵੇਟ ਕਰਦੇ ਰਹਿੰਦੇ ਹਾਂ ਤਾਂ ਕਿ ਤੁਸੀਂ ਆਪਣੇ ਕੰਮ ਨੂੰ ਹੋਰ ਵਧੀਆ ਢੰਗ ਨਾਲ ਕਰ ਸਕੋ, ਆਪਣੀ ਐਬਿਲਿਟੀ ਨੂੰ ਬੈਸਟ ਯੂਜ਼ ਕਰ ਸਕੋ। ਲੋੜ ਪੈਣ 'ਤੇ ਸਮੇਂ-ਸਮੇਂ 'ਤੇ ਬੱਚਿਆਂ ਨੂੰ ਜਾਂ ਇੱਕ ਫੈਕਟਰੀ ਦੇ ਵਿੱਚ, ਇੱਕ ਅਦਾਰੇ ਦੇ ਵਿੱਚ ਕਰਮਚਾਰੀਆਂ ਨੂੰ ਉਹਨਾਂ ਤੋਂ ਵਧੀਆ ਕੰਮ ਲੈਣ ਵਾਸਤੇ ਉਹਨਾਂ ਨੂੰ ਮੋਟੀਵੇਸ਼ਨ ਦੀ ਬੜੀ ਲੋੜ ਪੈਂਦੀ, ਪ੍ਰੇਰਨਾ ਦੀ ਬੜੀ ਲੋੜ ਪੈਂਦੀ ਹੈ ਤਾਂ ਕਿ ਉਹ ਆਪਣੀਆਂ ਐਬਿਲਿਟੀਜ਼ ਨੂੰ ਬੈਸਟ ਯੂਜ਼ ਕਰ ਸਕਣ। ਕਿਉਂਕਿ ਹਰ ਤਰ੍ਹਾਂ ਦੇ ਵਾਤਾਵਰਨ 'ਚ ਕੰਮ ਕਰਦਿਆਂ ਮਨੁੱਖਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ, ਕੋਈ ਪਰਿਵਾਰਕ, ਕੋਈ ਘਰੇਲੂ, ਕੋਈ ਆਪਣੇ ਮਾਨਸਿਕ, ਕੋਈ ਹੋਰ ਤਰ੍ਹਾਂ ਦੀਆਂ ਸਰੀਰਕ ਪ੍ਰੋਬਲਮਸ ਹੁੰਦੀਆਂ ਰਹਿੰਦੀਆਂ ਹਨ। ਮੂਡ ਸਵਿੰਗਸ ਹੁੰਦੇ ਰਹਿੰਦੇ ਹਨ। ਕਈ ਵਾਰੀ ਆਪਣਾ ਕੰਮ ਕਰਨ ਦਾ ਬੜਾ ਵਧੀਆ ਮੂਡ ਹੁੰਦਾ, ਕਈ ਵਾਰੀ ਨਹੀਂ ਹੁੰਦਾ। ਤਾਂ ਪ੍ਰੇਰਨਾ ਜਿਹੜੀ ਹੈ ਹਮੇਸ਼ਾ ਹੀ ਤੁਹਾਨੂੰ ਵਧੀਆ ਕੰਮ ਕਰਨ ਦੇ ਵਿੱਚ ਹੈਲਪ ਕਰਦੀ ਹੈ। ਇਹ ਪ੍ਰੇਰਨਾ ਜਿਹੜਾ ਪੰਜਾਬੀ ਭਾਸ਼ਾ ਦਾ ਸ਼ਬਦ ਪ੍ਰੇਰਨਾ ਹੈ, ਇਹ ਮੋਟੀਵੇਸ਼ਨ, ਇੰਗਲਿਸ਼ ਦਾ ਸ਼ਬਦ ਮੋਟੀਵੇਸ਼ਨ ਹੈ ਇਹਦੇ ਬਾਰੇ। ਤਾਂ ਇਹਦਾ ਮਤਲਬ ਹੁੰਦਾ ਮੂਵਰ, ਯਾਨੀ ਟੂ ਮੂਵ, ਯਾਨੀ ਅਰਥਾਤ ਜੇ ਕੋਈ ਗੱਡੀ ਥੋੜ੍ਹੀ ਸਲੋ ਹੋ ਗਈ ਹੈ ਤਾਂ ਉਹਨੂੰ ਹੋਰ ਉਤਸ਼ਾਹਿਤ ਕਰਕੇ ਉਹਨੂੰ ਮੂਵ ਔਨ ਕਰਨਾ, ਉਹਨੂੰ ਹੋਰ ਤੇਜ਼ ਭਜਾ ਦੇਣਾ, ਉਹਨੂੰ ਹੋਰ ਤੇਜ਼ ਕਰ ਦੇਣਾ। ਤਾਂ ਕਰਮਚਾਰੀਆਂ, ਸੰਗਠਨ ਦੇ ਵਿੱਚ ਕਰਮਚਾਰੀਆਂ ਅਤੇ ਸਬਆਰਡੀਨੇਟਸ ਨੂੰ ਉਤਸ਼ਾਹਿਤ ਕਰਕੇ ਸੰਗਠਨ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਵਿਸ਼ੇਸ਼ ਕਾਰਜ ਕਰਵਾਏ ਜਾਂਦੇ ਹਨ, ਜਿਸ ਦੇ ਅੰਤਰਗਤ ਕਰਮਚਾਰੀਆਂ ਨੂੰ ਉਹਨਾਂ ਦੀ ਇੱਛਾ ਅਨੁਸਾਰ ਬੜਾ ਵਧੀਆ ਢੰਗ ਦੇ ਨਾਲ ਉੱਚ ਅਧਿਕਾਰੀਆਂ ਦੁਆਰਾ ਮੋਟੀਵੇਟ ਕੀਤਾ ਜਾਂਦਾ ਹੈ, ਜਿਸ ਦੇ ਨਾਲ ਉਹਨਾਂ ਨੂੰ ਆਪਣੇ ਵਿਵਹਾਰ ਦੇ ਵਿੱਚ ਤਬਦੀਲੀ ਲਿਆਉਣ ਦੇ ਵਿੱਚ ਇਹ ਚੀਜ਼ ਬਹੁਤ ਮਦਦ ਕਰਦੀ ਹੈ ਔਰ ਉਹ ਉਹਨਾਂ ਦੀ ਕੁਸ਼ਲਤਾ ਦੇ ਵਿੱਚ ਸੁਧਾਰ ਕਰਦੀ ਹੈ ਔਰ ਉਹ ਆਪਣੇ ਕੰਮ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਕਰਦੇ ਹਾਂ। ਔਰ ਜਿਹੜੇ ਵੱਡੇ ਬੱਚਿਆਂ ਨੂੰ ਤਾਂ ਕਈ ਤਰ੍ਹਾਂ ਦੀਆਂ ਪ੍ਰੇਰਨਾਵਾਂ ਦਿੱਤੀਆਂ ਜਾਂਦੀਆਂ ਨੇ, ਜਿਵੇਂ ਬੱਚਿਆਂ ਨੂੰ ਸਰਟੀਫਿਕੇਟਸ ਦਿੱਤੇ ਜਾਂਦੇ ਨੇ, ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਨੇ, ਬੱਚਿਆਂ ਨੂੰ ਪ੍ਰਾਈਜ਼ਸ ਦਿੱਤੇ ਜਾਂਦੇ ਨੇ ਮੋਟੀਵੇਟ ਕਰਨ ਵਾਸਤੇ, ਸ਼ਾਬਾਸ਼ੀ ਦਿੱਤੀ ਜਾਂਦੀ ਹੈ। ਤਾਂ ਇਸੇ ਤਰ੍ਹਾਂ ਜਿਹੜੇ ਵੱਡੇ ਵਿਅਕਤੀ ਨੇ ਉਹਨਾਂ ਵਿੱਚ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਰਨਾਵਾਂ ਦਿੱਤੀਆਂ ਜਾਂਦੀਆਂ ਹਨ। ਮੋਟੀਵੇਸ਼ਨ ਜਿਹੜੀ ਹੈ ਫਾਈਨੈਂਸ਼ੀਅਲ ਮੋਟੀਵੇਸ਼ਨ ਵੀ ਹੁੰਦੀ ਹੈ। ਅੱਗੇ ਜਾ ਕੇ ਤੁਸੀਂ ਕਰੋਗੇ ਫਾਈਨੈਂਸ਼ੀਅਲ, ਯਾਨੀ ਵਿੱਤੀ ਪ੍ਰੋਤਸਾਹਨ ਅਤੇ ਗੈਰ ਵਿੱਤੀ ਪ੍ਰੋਤਸਾਹਨ, ਯਾਨੀ ਉਹ ਜਿਹੜੀਆਂ ਕਰਮਚਾਰੀਆਂ ਨੂੰ ਪੈਸੇ ਦੇ ਰੂਪ ਵਿੱਚ ਫਾਇਦਾ ਦਿੰਦੀਆਂ ਹਨ ਉਹਨਾਂ ਨੂੰ ਆਪਾਂ ਵਿੱਤੀ ਪ੍ਰੋਤਸਾਹਨ ਕਹਿੰਦੇ ਹਾਂ, ਪ੍ਰੋਤਸਾਹਨ ਜਾਂ ਮੋਟੀਵੇਸ਼ਨ ਕਹਿੰਦੇ ਹਾਂ। ਫਾਈਨੈਂਸ਼ੀਅਲ ਬੈਨੀਫਿਟਸ ਦਿੱਤੇ ਜਾਂਦੇ ਨੇ ਤਾਂ ਕਿ ਉਹ ਆਪਦੇ ਕੰਮ ਨੂੰ ਹੋਰ ਵੀ ਵਧੀਆ ਢੰਗ ਨਾਲ ਕਰਨ। ਔਰ ਇਸੇ ਤਰ੍ਹਾਂ ਹੀ ਨੌਨ ਫਾਈਨੈਂਸ਼ੀਅਲ ਜਿਹੜੇ ਮੋਟੀਵੇਸ਼ਨ ਵੀ ਉਹਨਾਂ ਨੂੰ ਦਿੱਤੀ ਜਾਂਦੀ ਹੈ, ਜਿਹੜੀਆਂ ਕਿ ਅੱਗੇ ਆਪਾਂ ਡਿਸਕਸ ਕਰਾਂਗੇ ਕਿਸ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ। ਤਾਂ ਸਭ ਤੋਂ ਪਹਿਲੇ ਇਸ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਆਪਾਂ ਕਰ ਲੈਂਦੇ ਹਾਂ। ਮੋਟੀਵੇਸ਼ਨ ਇਜ਼ ਸਾਈਕੋਲੋਜੀਕਲ ਐਂਡ ਸਬਜੈਕਟਿਵ, ਯਾਨੀ ਪ੍ਰੇਰਨਾ ਦਾ ਸੰਬੰਧ ਮਨੁੱਖ ਦੇ ਮਨੋਵਿਗਿਆਨ ਅਤੇ ਅੰਤਰਮੁਖੀ ਤੱਤਾਂ ਨਾਲ ਹੁੰਦਾ ਹੈ। ਹਰ ਵਿਅਕਤੀ ਨੂੰ ਅਲੱਗ-ਅਲੱਗ ਢੰਗ ਦੇ ਨਾਲ ਮੋਟੀਵੇਟ ਕਰਨਾ ਪੈਂਦਾ ਹੈ ਕਿਉਂਕਿ ਹਰ ਵਿਅਕਤੀ ਦੀਆਂ ਲੋੜਾਂ ਅਲੱਗ-ਅਲੱਗ ਹੁੰਦੀਆਂ ਹਨ। ਤਾਂ ਇਹਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਸਾਈਕੋਲੋਜੀਕਲ ਐਂਡ ਸਬਜੈਕਟਿਵ। ਤਾਂ ਇਸ ਤੋਂ ਬਾਅਦ ਆ ਗਿਆ ਪੁੱਤਰ ਉਦੇਸ਼ ਕੇਂਦਰਿਤ, ਯਾਨੀ ਗੋਲ ਓਰੀਐਂਟਡ। ਪ੍ਰੇਰਨਾ ਹਮੇਸ਼ਾ ਗੋਲ ਓਰੀਐਂਟਡ ਹੁੰਦੀ ਹੈ ਤਾਂ ਕਿ ਆਪਾਂ ਆਪਣੇ ਮੂਲ ਉਦੇਸ਼ ਨੂੰ ਪ੍ਰਾਪਤ ਕਰ ਸਕੀਏ। ਮੂਲ ਉਦੇਸ਼ ਕਰਮਚਾਰੀਆਂ ਨੂੰ ਉਹਨਾਂ ਦੀ ਇੱਛਾ ਦੇ ਅਨੁਸਾਰ ਉੱਚ ਪੱਧਰੀ ਕਾਰਜ ਕੁਸ਼ਲਤਾ ਅਨੁਸਾਰ ਕਾਰਜ ਕਰਵਾਉਣਾ ਹੁੰਦਾ ਹੈ ਤਾਂ ਜੋ ਕਿ ਆਰਗੇਨਾਈਜੇਸ਼ਨ ਦੇ ਜਿਹੜੇ ਆਬਜੈਕਟਿਵਸ ਨੇ ਉਹਨਾਂ ਦੀ ਪ੍ਰਾਪਤੀ ਕੀਤੀ ਜਾ ਸਕੇ। ਔਰ ਮੋਟੀਵੇਸ਼ਨ ਜਿਹੜੀ ਹੈ ਇਹ ਹਮੇਸ਼ਾ ਡਾਇਨਮਿਕ ਐਂਡ ਕੰਟੀਨਿਊਸ ਹੁੰਦੀ ਹੈ, ਹਮੇਸ਼ਾ ਹੀ ਚੱਲਦੀ ਰਹਿੰਦੀ। ਜੋ ਆਪਾਂ ਮੇਨ ਕੰਮ ਕਰ ਰਹੇ ਹੁੰਦੇ ਹਾਂ ਉਹਨਾਂ ਦੇ ਨਾਲ ਲਗਾਤਾਰ ਇਹ ਰੈਗੂਲਰ ਪ੍ਰੋਸੈਸ ਹੈ, ਯਾਨੀ ਇਹਦੀ ਡੋਜ਼ ਵੀ ਮਿਲਣੀ, ਜਿਵੇਂ ਕਰਮਚਾਰੀਆਂ ਨੂੰ ਤਨਖਾਹ ਮਿਲਣੀ ਜ਼ਰੂਰੀ ਹੁੰਦੀ ਹੈ ਤਾਂ ਰੈਗੂਲਰ ਇਹਦੀ ਮੋਟੀਵੇਸ਼ਨ ਜਿਹੜੀ ਹੈ ਉਹਦੀ ਵੀ ਇੱਕ ਡੋਜ਼ ਜਿਹੜੀ ਹੈ ਮਿਲਣੀ ਬੜੀ ਜ਼ਰੂਰੀ ਹੁੰਦੀ ਹੈ। ਇਹ ਨੈਗੇਟਿਵ ਤੇ ਪੋਜ਼ਿਟਿਵ ਹੋ ਸਕਦੀ ਹੈ। ਪ੍ਰੇਰਨਾ ਸਕਾਰਾਤਮਕ ਜਾਂ ਨਕਾਰਾਤਮਕ ਹੋ ਸਕਦੀ ਹੈ। ਜਦੋਂ ਬੇਟੇ ਆਪਾਂ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਹਾਂ ਤਾਂ ਸਕਾਰਾਤਮਕ ਪ੍ਰੇਰਨਾ ਹੁੰਦੀ ਹੈ, ਜਿਵੇਂ ਕਰਮਚਾਰੀਆਂ ਨੂੰ ਜਿਹੜੇ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੂੰ ਤਨਖਾਹ ਦੇ ਵਿੱਚ ਵਾਧਾ ਦੇਣਾ, ਉਹਨਾਂ ਨੂੰ ਤਰੱਕੀਆਂ ਦੇਣੀਆਂ, ਉਹਨਾਂ ਨੂੰ ਫੈਸਲਿਆਂ ਦੇ ਵਿੱਚ ਭਾਗੀਦਾਰ ਬਣਾਉਣਾ। ਔਰ ਇਸੇ ਤਰ੍ਹਾਂ ਜਿਹੜੇ ਵਿਅਕਤੀ ਵਧੀਆ ਕੰਮ ਨਹੀਂ ਕਰ ਰਹੇ ਤਾਂ ਉਹਨਾਂ ਦੇ ਪ੍ਰਤੀ ਨੈਗੇਟਿਵ ਰਵੱਈਆ, ਯਾਨੀ ਉਹਨਾਂ ਨੂੰ ਸਜ਼ਾ ਕਿਸੇ ਤਰ੍ਹਾਂ ਦੀ ਦੇਣੀ
ਸਸਪੈਂਸ਼ਨ ਦੇਣੀ, ਤਨਖਾਹ ਦੇ ਵਿੱਚ ਕਟੌਤੀ ਕਰਨੀ ਜਾਂ ਕਿਸੇ ਤਰ੍ਹਾਂ ਦੀ ਉਹਨਾਂ ਦੀ ਡਿਮੋਸ਼ਨ ਕਰ ਦੇਣੀ ਔਰ ਉਹਨਾਂ ਨੂੰ ਉਹ ਸਨਮਾਨ ਜਾਂ ਉਹ ਸਤਿਕਾਰ ਨਾ ਦੇਣਾ ਜਿਹੜਾ ਕਿ ਉਹਨਾਂ ਦਾ ਬਣਦਾ ਹੁੰਦਾ ਹੈ। ਤਾਂ ਇਸ ਤਰ੍ਹਾਂ ਪ੍ਰੇਰਨਾ ਹਮੇਸ਼ਾ ਪੋਜ਼ੀਟਿਵ ਹੀ ਨਹੀਂ ਹੁੰਦੀ, ਪ੍ਰੇਰਨਾ ਨੈਗੇਟਿਵ ਵੀ ਹੁੰਦੀ ਹੈ। ਕਈ ਵਾਰ ਆਪਾਂ ਨੂੰ ਨੈਗੇਟਿਵ ਪ੍ਰੇਰਨਾ ਦੇ ਕੇ ਵੀ ਆਪਾਂ ਉਹਨਾਂ ਤੋਂ ਵਧੀਆ ਕੰਮ ਲੈਣ ਦੇ ਵਿੱਚ ਸਫਲ ਹੋ ਸਕਦੇ ਹਾਂ। ਯੂਨੀਵਰਸਲ ਪ੍ਰੇਰਨਾ ਹਮੇਸ਼ਾ ਤੁਸੀਂ ਵੇਖੋ ਜ਼ਿੰਦਗੀ ਦੇ ਹਰ ਪੱਧਰ 'ਤੇ, ਚਾਹੇ ਇੱਕ ਮਾਂ ਬਾਪ ਆਪਦੇ ਬੱਚਿਆਂ ਨੂੰ ਪ੍ਰੇਰਨਾ ਦੇਵੇ, ਇਹ ਹਮੇਸ਼ਾ ਯੂਨੀਵਰਸਲ ਹੁੰਦੀ ਹੈ। ਪ੍ਰੇਰਨਾ ਦੇ ਜਿਹੜੇ ਸ਼ਬਦ ਨੇ, ਮੋਟੀਵੇਸ਼ਨ ਦੇ ਜਿਹੜੇ ਸ਼ਬਦ ਨੇ, ਹਰ ਵਾਸਤੇ ਹੀ ਵਧੀਆ ਕੰਮ ਕਰਦੇ ਹਾਂ। ਈਵਨ ਇੱਕ ਵੈਰੀ ਗੁੱਡ ਵੀ ਜੇ ਬੱਚੇ ਨੂੰ ਲਿਖਿਆ ਜਾਂਦਾ ਹੈ ਤਾਂ ਉਹ ਵੀ ਉਸ ਨੂੰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਯਾਨੀ ਇਹ ਜ਼ਿੰਦਗੀ ਦੇ ਹਰ ਪਹਿਲੂ ਦੇ ਵਿੱਚ ਲਾਗੂ ਇਸ ਨੂੰ ਕੀਤਾ ਜਾ ਸਕਦਾ ਹੈ। ਉੱਚ ਪੱਧਰੀ ਮਨੋਬਲ ਅਤੇ ਵਧੀਆ ਅਨੁਸ਼ਾਸਨ ਬਣਾਉਣ ਦੇ ਵਿੱਚ ਪ੍ਰੇਰਨਾ ਦੀ ਬਹੁਤ ਵਧੀਆ ਭੂਮਿਕਾ ਹੁੰਦੀ ਹੈ। ਤਾਂ ਇਸ ਤਰ੍ਹਾਂ ਦੇ ਬੇਟੇ ਆਪਾਂ ਨੂੰ ਪਤਾ ਹੈ, ਜੇ ਆਪਾਂ ਮੋਟੀਵੇਟ ਕਰਦੇ ਰਹਿੰਦੇ ਹਾਂ ਆਪਣੇ ਕਰਮਚਾਰੀਆਂ ਨੂੰ ਤਾਂ ਉਹ ਬੜੇ ਵਧੀਆ ਢੰਗ ਨਾਲ ਕੰਮ ਕਰਦੇ ਹਨ ਔਰ ਅਨੁਸ਼ਾਸਿਤ ਰਹਿੰਦੇ ਹਨ। ਇਸ ਦੇ ਨਾਲ ਕੰਮ ਦੇ ਪੱਧਰ, ਕੰਮ ਦੀ ਕੁਆਲਿਟੀ ਦੇ ਵਿੱਚ ਵੀ ਸੁਧਾਰ ਹੁੰਦਾ ਹੈ ਔਰ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਵੀ ਇਹ ਚੀਜ਼ ਬਹੁਤ ਫਾਇਦੇਮੰਦ ਹੁੰਦੀ ਹੈ। ਅੱਗੇ ਹੈ ਪ੍ਰੇਰਨਾ ਕਿਉਂ ਮਹੱਤਵਪੂਰਨ ਹੈ, ਇਸ ਦਾ ਕੀ ਫਾਇਦਾ ਹੈ ਔਰ ਇੰਪੋਰਟੈਂਸ ਕੀ ਹੈ। ਤਾਂ ਇਹ ਪੁਆਇੰਟਸ ਵੀ ਉਵੇਂ ਹੀ ਆਪਾਂ ਫਿਰ ਡਿਸਕਸ ਕਰ ਲੈਂਦੇ ਹਾਂ। ਉੱਚ ਪੱਧਰੀ ਕਾਰਜ ਕੁਸ਼ਲਤਾ ਦੇ ਵਿੱਚ ਸਹਾਇਕ ਹੁੰਦੀ ਹੈ, ਲੋੜਾਂ ਦੀ ਪੂਰਤੀ ਦੇ ਵਿੱਚ ਸਹਾਇਕ ਹੁੰਦੀ ਹੈ, ਵਧੇਰੇ ਉਤਪਾਦਕਤਾ ਅਤੇ ਘੱਟ ਲਾਗਤ ਇਸ ਦੇ ਨਾਲ ਬਣਦੀ ਹੈ। ਜੇ ਕਰਮਚਾਰੀ ਵਧੀਆ ਕੰਮ ਕਰਨ ਤਾਂ ਉਤਪਾਦਕਤਾ ਵੀ ਵੱਧਦੀ ਹੈ ਔਰ ਲਾਗਤ ਵੀ ਘੱਟਦੀ ਹੈ। ਕਰਮਚਾਰੀਆਂ ਵਿੱਚ ਕਾਰਜਕਾਰੀ ਸਥਿਤੀਆਂ ਦੇ ਵਿੱਚ ਸੁਧਾਰ ਦੇ ਵਿੱਚ ਵੀ ਇਹ ਬੜੀ ਮਦਦ ਕਰਦੀ ਹੈ। ਪਰਿਵਰਤਨ ਵਿੱਚ ਵੀ ਇਹ ਸਹਾਇਕ ਹੁੰਦੀ ਹੈ। ਸਾਧਨਾਂ ਦਾ ਉੱਚਤਮ ਪ੍ਰਯੋਗ ਕਰਨ ਦੇ ਵਿੱਚ ਬੜੀ ਵਧੀਆ ਰੋਲ ਇਹ ਨਿਭਾਉਂਦੀ ਹੈ। ਸੰਗਠਨ ਦੀ ਵਧੀਆ ਕ੍ਰੈਡੀਬਿਲਿਟੀ ਜਾਂ ਸ਼ਾਖ ਬਣਾਉਣ ਦੇ ਵਿੱਚ, ਆਰਗੇਨਾਈਜੇਸ਼ਨ ਦੀ ਵਧੀਆ ਸ਼ਾਖ ਬਣਾਉਣ ਦੇ ਵਿੱਚ ਬੜੀ ਮਦਦ ਕਰਦੀ ਹੈ। ਕਾਰਜਕਾਰੀ ਸੰਤੁਸ਼ਟੀ ਦਿੰਦੀ ਹੈ। ਕਰਮਚਾਰੀਆਂ ਨੂੰ ਆਪਣੇ ਕੰਮ ਨੂੰ ਲਗਨ, ਮਿਹਨਤ ਅਤੇ ਵਫਾਦਾਰੀ ਨਾਲ ਜਿਹੜੇ ਕਰਮਚਾਰੀ ਕੰਮ ਕਰਦੇ ਹਨ, ਮੋਟੀਵੇਟਡ ਹੁੰਦੇ ਹਨ, ਉਹ ਕੰਮ ਨੂੰ ਬੜੇ ਵਧੀਆ ਢੰਗ ਨਾਲ ਕਰਦੇ ਹਨ, ਜਿਸ ਦੇ ਨਾਲ ਉਹਨਾਂ ਨੂੰ ਜੋਬ ਸੈਟਿਸਫੈਕਸ਼ਨ ਵੀ ਮਿਲਦੀ ਹੈ ਔਰ ਇੱਕ ਬਿਹਤਰ ਤਾਲਮੇਲ ਔਰ ਕੋਆਪਰੇਸ਼ਨ ਔਰ ਕੋਆਰਡੀਨੇਸ਼ਨ ਬਣਾਉਣ ਦੇ ਵਿੱਚ ਵੀ ਇਸ ਦੇ ਨਾਲ ਮਦਦ ਮਿਲਦੀ ਹੈ। ਅਨੁਸ਼ਾਸਨ ਵੀ ਬਹੁਤ ਵਧੀਆ ਬਣਦਾ ਹੈ। ਨਿਰੀਖਣ ਤੇ ਨਿਯੰਤਰਣ ਦੀ ਘੱਟ ਲੋੜ ਪੈਂਦੀ ਹੈ। ਦੇਖੋ, ਜਦੋਂ ਬੱਚੇ, ਜਿਵੇਂ ਤੁਹਾਨੂੰ ਬੱਚਿਆਂ ਨੂੰ ਜਦੋਂ ਮੋਟੀਵੇਟ ਕੀਤਾ ਜਾਂਦਾ ਹੈ ਤਾਂ ਬੱਚੇ ਆਪਦੇ ਆਪ ਹੀ ਇੰਨਾ ਵਧੀਆ ਕੰਮ ਕਰਦੇ ਹਨ ਕਿ ਉਹਨਾਂ ਨੂੰ ਫਿਰ ਸੁਪਰਵਾਈਜ਼ ਕਰਨ ਦੀ ਲੋੜ ਨਹੀਂ ਪੈਂਦੀ। ਪ੍ਰੇਰਨਾ ਦੇ ਸ਼ਬਦ ਹੀ ਆਪਣੇ ਤੋਂ ਕਈ ਵਾਰ ਐਸੇ ਕੰਮ ਵੀ ਕਰਵਾ ਜਾਂਦੇ ਹਨ ਜਿਹੜੇ ਕਿ ਉਂਝ ਕਰਨੇ ਬੜੇ ਮੁਸ਼ਕਲ ਹੁੰਦੇ ਹਨ। ਤਾਂ ਸਕਾਰਾਤਮਕ ਤੇ ਨਕਾਰਾਤਮਕ ਪ੍ਰੇਰਨਾ ਦੋ ਤਰ੍ਹਾਂ ਦੀ, ਪੋਜ਼ਿਟਿਵ ਮੋਟੀਵੇਸ਼ਨ ਯਾਨੀ ਤਰੱਕੀਆਂ ਦੇਣੀਆਂ, ਇਨਾਮ ਦੇਣੇ, ਪ੍ਰੋਤਸਾਹਨ ਦੇਣਾ, ਉਸ ਨੂੰ ਕਹਿੰਦੇ ਹਾਂ ਪੋਜ਼ਿਟਿਵ ਮੋਟੀਵੇਸ਼ਨ। ਔਰ ਨੈਗੇਟਿਵ ਮੋਟੀਵੇਸ਼ਨ ਦੇ ਵਿੱਚ ਹੁੰਦਾ ਵੀ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ, ਤੁਹਾਡੀ ਡਿਮੋਸ਼ਨ ਕਰ ਦਿੱਤੀ ਜਾਏਗੀ, ਤੁਹਾਡੀ ਤਨਖਾਹ ਘਟਾ ਦਿੱਤੀ ਜਾਏਗੀ। ਤਾਂ ਇਸ ਤਰ੍ਹਾਂ ਦੀ ਨੈਗੇਟਿਵ ਮੋਟੀਵੇਸ਼ਨ ਵੀ ਦਿੱਤੀ ਜਾਂਦੀ ਹੈ ਜਿਹੜੇ ਕਰਮਚਾਰੀ ਵਧੀਆ ਕੰਮ ਨਹੀਂ ਕਰਦੇ। ਅੱਗੇ ਬੇਟੇ ਦੋ ਤਰ੍ਹਾਂ ਦੀਆਂ, ਕਈ ਵਾਰੀ ਆਪਾਂ ਨੂੰ ਇਹ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ ਵੀ ਵਿੱਤੀ ਪ੍ਰੋਤਸਾਹਨ ਕਿਸ ਤਰ੍ਹਾਂ ਦੇ ਹੁੰਦੇ ਹਨ, ਜਿਹਨੂੰ ਆਪਾਂ ਕਹਿੰਦੇ ਹਾਂ ਫਾਈਨੈਂਸ਼ੀਅਲ ਇਨਸੈਂਟਿਵਸ ਤੇ ਨੋਨ ਫਾਈਨੈਂਸ਼ੀਅਲ ਇਨਸੈਂਟਿਵਸ। ਫਾਈਨੈਂਸ਼ੀਅਲ ਇਨਸੈਂਟਿਵਸ ਹੁੰਦੇ ਨੇ ਜਿਵੇਂ ਤਨਖਾਹ ਅਤੇ ਭੱਤਿਆਂ ਦੇ ਵਿੱਚ ਵਾਧਾ ਕਰਨਾ, ਪੋਜ਼ਿਟਿਵ ਮੋਟੀਵੇਸ਼ਨ ਹੁੰਦੀ ਹੈ। ਇਹ ਹੁੰਦੀਆਂ ਦੋਵੇਂ ਪੋਜ਼ਿਟਿਵ ਹੀ ਨੇ। ਉਤਪਾਦਕਤਾ ਆਧਾਰਿਤ ਮਜ਼ਦੂਰੀ ਪ੍ਰੋਤਸਾਹਨ ਯਾਨੀ ਪ੍ਰੋਡਕਟਿਵਿਟੀ ਲਿੰਕਡ ਵੇਜ ਸਿਸਟਮ। ਇਹਦੇ ਵਿੱਚ ਕੀ ਹੁੰਦਾ ਵੀ ਜਿਹੜਾ ਮੰਨ ਲਓ ਕਰਮਚਾਰੀ ਕੰਮ ਕਰ ਰਹੇ ਹਨ ਤਾਂ ਉਹਨਾਂ ਨੂੰ, ਜਿਹੜੇ ਵਿਅਕਤੀ ਜ਼ਿਆਦਾ ਕੰਮ ਕਰਦੇ ਹਨ ਉਹਨਾਂ ਨੂੰ ਜ਼ਿਆਦਾ ਵੇਜਿਸ, ਜ਼ਿਆਦਾ ਸੈਲਰੀ ਜਾਂ ਜ਼ਿਆਦਾ ਮਜ਼ਦੂਰੀ ਦਿੱਤੀ ਜਾਵੇ। ਜਿਹੜੇ ਘੱਟ ਕਰਦੇ ਹਨ ਉਹਨਾਂ ਨੂੰ ਘੱਟ, ਯਾਨੀ ਜਿੰਨਾ ਕੋਈ ਕੰਮ ਕਰੇ ਉਸ ਦੇ ਹਿਸਾਬ ਨਾਲ ਮਜ਼ਦੂਰੀ ਦੇਣੀ, ਬੋਨਸ ਦੇਣਾ। ਜਿਹੜੇ ਕਰਮਚਾਰੀ ਵਧੀਆ ਕੰਮ ਕਰ ਰਹੇ ਹਨ ਉਹਨਾਂ ਨੂੰ ਲੋੜ ਪੈਣ 'ਤੇ, ਜਿਵੇਂ ਦੀਵਾਲੀ ਵਗੈਰਾ 'ਤੇ, ਲੋਹੜੀ ਵਗੈਰਾ 'ਤੇ, ਤਿਉਹਾਰਾਂ ਦੇ ਉੱਪਰ ਬੋਨਸ ਵੀ ਦਿੱਤਾ ਜਾਂਦਾ ਹੈ। ਰਿਟਾਇਰਮੈਂਟ ਬੈਨੀਫਿਟਸ, ਜਿਹੜੇ ਵਿਅਕਤੀ ਵਧੀਆ ਕੰਮ ਕਰਦੇ ਹਨ, ਜਿਹੜੇ ਕਰਮਚਾਰੀ ਬਹੁਤ ਵਧੀਆ ਕੰਮ ਕਰ ਰਹੇ ਹਨ ਤਾਂ ਉਹਨਾਂ ਨੂੰ ਪੈਨਸ਼ਨ ਰਾਸ਼ੀ, ਗ੍ਰੈਚੁਟੀ ਵਗੈਰਾ ਔਰ ਛੁੱਟੀਆਂ ਦੇ ਬਦਲੇ, ਔਰ ਪ੍ਰੋਵੀਡੈਂਟ ਫੰਡ, ਛੁੱਟੀਆਂ ਦੇ ਬਦਲੇ ਤਨਖਾਹ ਦੇਣਾ ਔਰ ਪ੍ਰੋਵੀਡੈਂਟ ਫੰਡ ਦੇਣਾ ਔਰ ਪੈਨਸ਼ਨ ਦੇਣੀ ਹੈ। ਇਸ ਤਰ੍ਹਾਂ ਦੇ ਸੇਵਾ ਮੁਕਤੀ ਦੇ ਕਈ ਲਾਭ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਕਰਮਚਾਰੀਆਂ ਨੂੰ ਕਈ ਵਾਰ ਕਮਿਸ਼ਨ ਵੀ ਦਿੱਤਾ ਜਾਂਦਾ ਹੈ ਵੀ ਜਿੰਨਾ ਜ਼ਿਆਦਾ ਕੋਈ ਕੰਮ ਕਰਦਾ ਹੈ ਉਹਦੇ ਅਕੋਰਡਿੰਗ ਉਹਨਾਂ ਨੂੰ ਕਮਿਸ਼ਨ ਵੀ ਦਿੱਤਾ ਜਾਂਦਾ ਹੈ।
ਇਸ ਦੇ ਨਾਲ ਉਹਦਾ ਕੰਮ ਕਰਨ ਦੇ ਵਿੱਚ ਵਧੇਰੇ ਲਾਲਚ ਵੀ ਬਣਿਆ ਰਹਿੰਦਾ ਹੈ ਔਰ ਕੰਮ ਨੂੰ ਵੀ ਉਹ ਬੜੇ ਵਧੀਆ ਢੰਗ ਨਾਲ ਕਰਦਾ ਹੈ। ਪ੍ਰੋਫਿਟ ਸ਼ੇਅਰਿੰਗ, ਪਾਰਟਨਰਸ਼ਿਪ, ਇਹ ਕਈ ਤਰ੍ਹਾਂ ਦੇ ਇਹ ਜਿਹੜੇ ਸਾਰੇ ਪ੍ਰੋਤਸਾਹਨ ਨੇ, ਇਹ ਸਾਰੇ ਹੀ ਪੈਸਿਆਂ ਦੇ ਵਾਧੇ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਹਨ। ਇਹਨਾਂ ਨੂੰ ਆਪਾਂ ਵਿੱਤੀ ਪ੍ਰੋਤਸਾਹਨ ਕਹਿੰਦੇ ਹਾਂ, ਯਾਨੀ ਫਾਈਨੈਂਸ਼ੀਅਲ ਬੈਨੀਫਿਟਸ ਕਰਮਚਾਰੀਆਂ ਨੂੰ ਦੇਣੇ, ਉਹਨਾਂ ਨੂੰ ਹਿੱਸੇਦਾਰੀ ਦੇ ਵਿੱਚੋਂ ਲਾਭ ਦੇਣਾ, ਪ੍ਰੋਫਿਟ ਦੇ ਵਿੱਚੋਂ ਸ਼ੇਅਰਿੰਗ ਦੇਣੀ, ਔਰ ਕਈਆਂ ਨੂੰ ਤਾਂ ਹਿੱਸੇਦਾਰ ਵੀ ਬਣਾ ਲਿਆ ਜਾਂਦਾ ਹੈ, ਯਾਨੀ ਸ਼ੇਅਰਸ ਦੇ ਰੂਪ ਦੇ ਵਿੱਚ ਵੀ ਉਹਨਾਂ ਨੂੰ ਪੈਸੇ ਸ਼ੇਅਰਸ ਦਿੱਤੇ ਜਾਂਦੇ ਹਨ ਤਾਂ ਕਿ ਉਹ ਆਪਣੀ ਕੰਪਨੀ ਸਮਝ ਕੇ ਹੋਰ ਵਧੀਆ ਢੰਗ ਨਾਲ ਕੰਮ ਕਰਨ। ਗੈਰ ਵਿੱਤੀ ਪ੍ਰੋਤਸਾਹਨ ਇਹੋ ਜਿਹੇ ਹੁੰਦੇ ਨੇ ਜਿਹੜੇ ਤੁਹਾਨੂੰ ਪੈਸੇ ਦੇ ਰੂਪ ਵਿੱਚ ਨਹੀਂ ਹੁੰਦੇ, ਪਰ ਸਮਾਜ ਦੇ ਵਿੱਚ ਤੁਹਾਡੀ ਹੋਰ ਸ਼ਾਨ ਨੂੰ, ਬਾਕੀ ਕਰਮਚਾਰੀਆਂ ਦੇ ਵਿੱਚ ਤੁਹਾਡੀ ਹੋਰ ਸ਼ਾਨ ਨੂੰ ਵਧਾਉਣੇ ਹਨ। ਜਿਵੇਂ ਕਿ ਨਿਰਣੇ ਪ੍ਰਕਿਰਿਆ ਦੇ ਵਿੱਚ ਭਾਗੀਦਾਰ ਬਣਾਉਣਾ, ਜਿਹੜੇ ਵਿਅਕਤੀ ਵਧੀਆ ਕੰਮ ਕਰ ਰਹੇ ਹਨ ਉਹਨਾਂ ਤੋਂ ਸਲਾਹ ਲੈਣੀ, ਔਰ ਉਹਨਾਂ ਦੀ ਸਲਾਹ ਜੇ ਕੋਈ ਵਧੀਆ ਲੱਗਦੀ ਹੈ ਤਾਂ ਉਸ ਸਲਾਹ ਨੂੰ ਮੰਨਿਆ ਜਾਣਾ। ਇਸ ਦੇ ਨਾਲ ਕਰਮਚਾਰੀ ਦਾ ਮਾਣ ਵੀ ਵੱਧਦਾ ਹੈ। ਜਾਂ ਵਧੇਰੇ ਸ਼ਕਤੀਆਂ ਅਤੇ ਅਧਿਕਾਰ ਦੇਣੇ, ਯਾਨੀ ਉਹਨਾਂ ਨੂੰ, ਜਿਹੜੇ ਕਰਮਚਾਰੀ ਵਧੀਆ ਕੰਮ ਕਰਦੇ ਹਨ ਔਰ ਆਪਦੇ ਆਪ ਕੰਮ ਕਰਦੇ ਹਨ, ਜਿਵੇਂ ਆਪਾਂ ਵੀ ਕਲਾਸ ਵਿੱਚ ਕਰਦੇ ਹਾਂ, ਜਿਹੜੇ ਬੱਚੇ ਜ਼ਿਆਦਾ ਅੱਛਾ ਕੰਮ ਕਰਦੇ ਹਨ ਉਹਨਾਂ ਨੂੰ, ਜਿਵੇਂ ਆਪਾਂ ਕਈ ਵਾਰੀ, ਜਿਵੇਂ ਹੁਣ ਆਪਾਂ ਬਡੀ ਗਰੁੱਪਸ ਬਣਾਏ ਹਨ, ਤਾਂ ਜਿਹੜੇ ਬੱਚੇ ਲੱਗਦਾ ਹੈ ਕਿ ਵਧੀਆ ਕੰਮ ਕਰਦੇ ਹਨ ਤਾਂ ਉਹਨਾਂ ਨੂੰ ਬਡੀ ਗਰੁੱਪਸ ਦੇ ਇੰਚਾਰਜਿਸ ਬਣਾ ਦਿੱਤਾ ਜਾਂਦਾ ਹੈ ਜਾਂ ਗਰੁੱਪ ਲੀਡਰਸ ਬਣਾ ਦਿੱਤਾ ਜਾਂਦਾ ਹੈ। ਇਸ ਦੇ ਨਾਲ ਉਹਨਾਂ ਨੂੰ ਮਾਣ ਮਿਲਦਾ ਹੈ। ਸਰਟੀਫਿਕੇਟਸ ਦੇਣੇ, ਪ੍ਰਸ਼ੰਸਾ ਦੇਣੀ, ਜਾਂ ਹੋਰ ਤਰੱਕੀ ਦੀਆਂ ਸੰਭਾਵਨਾਵਾਂ ਦੇਣੀਆਂ, ਜਾਂ ਵਿਅਕਤੀਗਤ ਤੌਰ 'ਤੇ ਉਹਨਾਂ ਨੂੰ ਮਾਣ ਦੇਣਾ ਜਾਂ ਉਹਨਾਂ ਦੀ ਪ੍ਰਸ਼ੰਸਾ ਕਰਨੀ। ਇਸ ਤਰ੍ਹਾਂ ਦੇ ਕਈ ਐਸੇ ਸ਼ਬਦ ਹਨ ਜਾਂ ਉਹਨਾਂ ਦੇ ਸਨਮਾਨ ਵਿੱਚ ਬੋਲੇ ਜਾਣ, ਜਾਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਜਿਹੜੇ ਕਰਮਚਾਰੀ ਅੱਛਾ ਕੰਮ ਕਰ ਰਹੇ ਹਨ, ਉਹਨਾਂ ਨੂੰ ਸਰਟੀਫਿਕੇਟਸ ਦਿੱਤੇ ਜਾਣ, ਮੈਡਲਸ ਦਿੱਤੇ ਜਾਣ। ਇਸ ਦੇ ਨਾਲ ਵੀ ਕਰਮਚਾਰੀਆਂ ਦੇ ਵਿੱਚ ਉਤਸ਼ਾਹ ਜਾਂ ਮੋਟੀਵੇਸ਼ਨ ਉਹਨਾਂ ਨੂੰ ਮਿਲਦੀ ਹੈ। ਅੱਗੇ ਬੇਟੇ ਆ ਜਾਂਦਾ ਲੀਡਰਸ਼ਿਪ। ਲੀਡਰਸ਼ਿਪ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਇੱਕ ਵਧੀਆ ਲੀਡਰ ਦਾ ਮਤਲਬ ਵੀ ਹਰ ਫੈਕਟਰੀ ਜਾਂ ਹਰ ਅਦਾਰੇ ਨੂੰ ਚਲਾਉਣ ਵਾਸਤੇ ਇੱਕ ਟੀਮ ਲੀਡਰ ਹੁੰਦਾ ਹੈ, ਜਿਹਦੀ ਅਗਵਾਈ ਦੇ ਵਿੱਚ ਸਾਰੇ ਵਿਅਕਤੀ ਕੰਮ ਕਰਦੇ ਹਨ। ਜਿਵੇਂ ਆਪਾਂ ਸਕੂਲ ਦੇ ਵਿੱਚ ਲੈ ਲਈਏ ਤਾਂ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਰ ਨੇ ਉਹ ਇੱਕ ਸਾਰੀ ਸਟਾਫ ਦੀ ਟੀਮ ਦੇ ਇੱਕ ਲੀਡਰ ਹਨ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਾਰੇ ਕੰਮ ਹੋ ਰਹੇ ਹਨ। ਤਾਂ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਲੋਕ ਲੀਡਰ ਚੁਣਦੇ ਹਾਂ, ਆਪਣਾ ਇੱਕ ਨੇਤਾ ਚੁਣਦੇ ਹਾਂ ਜਿਹੜਾ ਕਿ ਆਪਣੇ ਵਾਸਤੇ ਬੋਲਦਾ ਹੈ, ਆਪਣੇ ਵਾਸਤੇ ਕੰਮ ਕਰਦਾ ਹੈ, ਆਪਣੇ ਸਾਰੇ ਕੰਮ ਕਰਵਾਉਂਦਾ ਹੈ। ਪਿੰਡ ਦੇ ਵਿੱਚ ਜਿਵੇਂ ਸਰਪੰਚ ਨੂੰ ਚੁਣਿਆ ਜਾਂਦਾ ਹੈ, ਲੀਡਰ ਚੁਣਿਆ ਜਾਂਦਾ ਹੈ, ਤਾਂ ਇਸੇ ਤਰ੍ਹਾਂ ਹੀ ਹਰ ਟੀਮ ਜਿਹੜੀ ਹੈ, ਹਰ ਆਰਗੇਨਾਈਜੇਸ਼ਨ ਜਿਹੜੀ ਹੁੰਦੀ ਹੈ ਉਸ ਦਾ ਇੱਕ ਲੀਡਰ ਹੁੰਦਾ ਹੈ ਜਾਂ ਮੈਨੇਜਰ ਹੁੰਦਾ ਹੈ ਜਾਂ ਆਰਗੇਨਾਈਜ਼ਰ ਹੁੰਦਾ ਹੈ, ਜਿਸ ਦੀ ਅਗਵਾਈ ਦੇ ਵਿੱਚ ਇਹ ਸਾਰੇ ਕੰਮ ਹੁੰਦੇ ਹਨ, ਜਿਹਦੀ ਕਮਾਂਡ ਦੇ ਵਿੱਚ ਸਾਰੇ ਕੰਮ ਹੁੰਦੇ ਹਨ, ਜਿਹੜਾ ਕਿ ਆਪਾਂ ਨੂੰ ਦੱਸਦਾ ਹੈ ਕਿ ਕਿਹੜੇ ਕੰਮ ਨੂੰ ਕਿਵੇਂ ਕਿਵੇਂ ਕਿਸ ਟਾਈਮ 'ਤੇ ਕੀਤਾ ਜਾਣਾ ਹੈ। ਇੱਕ ਵਧੀਆ ਲੀਡਰ ਦੇ ਕਈ ਵਾਰੀ ਆਪਾਂ ਨੂੰ ਪ੍ਰਸ਼ਨ ਆ ਜਾਂਦਾ, ਇੱਕ ਵਧੀਆ ਲੀਡਰ ਦੇ ਕੀ ਗੁਣ ਹਨ? ਸਰੀਰਕ ਗੁਣ, ਯਾਨੀ ਸਰੀਰਕ ਪੱਖੋਂ ਤੰਦਰੁਸਤ ਅਤੇ ਵਧੀਆ ਪਰਸਨੈਲਿਟੀ ਦਾ ਮਾਲਕ ਹੋਣਾ ਚਾਹੀਦਾ ਹੈ। ਸੂਝਵਾਨ ਹੋਣਾ ਚਾਹੀਦਾ, ਯਾਨੀ ਇੰਟੈਲੀਜੈਂਟ ਹੋਣਾ ਚਾਹੀਦਾ ਹੈ। ਸੈਲਫ ਕੌਨਫੀਡੈਂਸ ਉਹਦੇ 'ਚ ਹੋਣਾ ਚਾਹੀਦਾ ਹੈ। ਸੈਲਫ ਕੌਨਫੀਡੈਂਸ ਦਾ ਮਤਲਬ ਵੀ ਆਪਦੀ ਗੱਲ ਨੂੰ ਔਰ ਕਥਨੀ ਤੇ ਕਰਨੀ ਦੇ ਵਿੱਚ ਅੰਤਰ ਨਹੀਂ ਹੋਣਾ ਚਾਹੀਦਾ। ਕੌਨਫੀਡੈਂਸ ਹੋਣਾ ਚਾਹੀਦਾ ਹੈ, ਆਪਣੀ ਗੱਲ ਨੂੰ ਕਹਿਣ ਦਾ ਹੌਸਲਾ ਹੋਣਾ ਚਾਹੀਦਾ ਹੈ। ਇੰਟੈਗ੍ਰਿਟੀ ਐਂਡ ਓਨੈਸਟੀ, ਯਾਨੀ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰ ਸਕਦਾ ਹੋਵੇ, ਕਿਸੇ ਵੀ ਤਰ੍ਹਾਂ ਦੀ ਕਿਸੇ ਦੇ ਪ੍ਰਤੀ ਵੀ ਮਾੜੀ ਭਾਵਨਾ ਨਾ ਰੱਖਦਾ ਹੋਵੇ, ਇੰਟੈਗ੍ਰਿਟੀ ਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ, ਇਮਾਨਦਾਰੀ ਦੇ ਗੁਣ ਹੋਣ, ਦੂਰਦ੍ਰਿਸ਼ਟੀ, ਯਾਨੀ ਦੂਰਦ੍ਰਿਸ਼ਟੀ ਦਾ ਗੁਣ ਹੁੰਦਾ ਹੈ ਭਵਿੱਖ ਦੇ ਵਿੱਚ ਕੀ ਹੋਣ ਵਾਲਾ ਹੈ, ਭਵਿੱਖ ਦਾ ਉਸਨੂੰ ਪਹਿਲੇ ਹੀ ਅੰਦਾਜ਼ਾ ਹੋਵੇ ਵੀ ਮੈਂ ਆਪਣੇ ਬੱਚਿਆਂ ਨੂੰ ਜਾਂ ਆਪਣੀ ਟੀਮ ਨੂੰ ਕਿਸ ਤਰ੍ਹਾਂ ਕੰਮ ਕਰਵਾਉਣਾ ਹੈ, ਤਾਂ ਕਿ ਭਵਿੱਖ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਦੇ ਉਦੇਸ਼ਾਂ ਦੀ ਅਸੀਂ ਪ੍ਰਾਪਤੀ ਕਰਨਾ ਚਾਹੁੰਦੇ ਹਾਂ, ਉਹਦੇ ਮੁਤਾਬਕ ਉਸ ਨੂੰ ਕੰਮ ਕਰਵਾਵੇ। ਯਾਨੀ ਭਵਿੱਖ ਦੀਆਂ ਯੋਜਨਾਵਾਂ ਦੇ ਬਾਰੇ, ਪ੍ਰੋਗਰਾਮਾਂ ਦੇ ਬਾਰੇ ਉਸ ਨੂੰ ਅਗੇਤੀ ਹੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਜ਼ਿੰਮੇਵਾਰੀ ਦੀ ਭਾਵਨਾ ਨਾਲ, ਜੇ ਇੱਕ ਟੀਮ ਦਾ ਲੀਡਰ ਵਧੀਆ ਨਹੀਂ ਹੈ, ਜ਼ਿੰਮੇਵਾਰ ਨਹੀਂ ਹੈ, ਤਾਂ ਉਸ ਦੀ ਟੀਮ ਕਦੇ ਵੀ ਵਧੀਆ ਕੰਮ ਨਹੀਂ ਕਰ ਸਕਦੀ। ਸਿਆਣਪ ਹੋਣੀ ਚਾਹੀਦੀ ਹੈ, ਪਹਿਲ ਕਦਮੀ ਹੋਣੀ ਚਾਹੀਦੀ ਹੈ। ਯਾਨੀ ਪਹਿਲ ਕਦਮੀ ਦਾ ਗੁਣ ਹੁੰਦਾ ਵੀ ਹਰ ਕੰਮ ਨੂੰ ਆਪ ਅੱਗੇ ਲੱਗ ਕੇ ਸਭ ਤੋਂ ਪਹਿਲਾਂ ਕਰਨ ਦੀ ਕੋਸ਼ਿਸ਼ ਕਰੇ, ਕਿਉਂਕਿ ਉਸ ਨੂੰ ਵੇਖ ਕੇ ਹੀ ਹੋਰ ਕਰਮਚਾਰੀਆਂ ਦੇ ਵਿੱਚ ਵੀ ਕੰਮਕਾਰ ਕਰਨ ਦੀ ਪ੍ਰੇਰਨਾ ਉੱਠਦੀ ਹੈ। ਪੱਖਪਾਤ ਰਹਿਤ ਹੋਵੇ, ਯਾਨੀ ਉਹਦੇ ਵਾਸਤੇ ਹਰ ਇੱਕ ਲੀਡਰ ਉਹ ਹੋਣਾ ਚਾਹੀਦਾ ਜਿਸ ਦੇ ਵਾਸਤੇ
ਸਾਰੇ ਕਰਮਚਾਰੀ ਦੇ ਪ੍ਰਤੀ ਉਸ ਦਾ ਜਿਹੜਾ ਵਿਵਹਾਰ ਹੈ ਉਹ ਸਮਾਨ ਹੋਣਾ ਚਾਹੀਦਾ ਹੈ, ਯਾਨੀ ਕਦੇ ਵੀ ਪੱਖਪਾਤੀ ਨਾ ਹੋਵੇ। ਕਮਿਊਨੀਕੇਸ਼ਨ ਸਕਿੱਲ ਹੋਣੀ ਚਾਹੀਦੀ ਹੈ, ਯਾਨੀ ਉਸ ਦੇ ਬੋਲਣ ਦੀ ਗੱਲਬਾਤ ਕਰਨ ਦਾ ਜਿਹੜਾ ਸਲੀਕਾ ਉਸਨੂੰ ਹੋਣਾ ਚਾਹੀਦਾ ਹੈ। ਕਿਸ ਵਿਅਕਤੀ ਨਾਲ ਕਿਵੇਂ ਗੱਲ ਕਰਨੀ ਹੈ ਔਰ ਕਿਵੇਂ ਉਸ ਤੋਂ ਕੰਮ ਮੈਂ ਕਰਵਾਉਣਾ ਹੈ, ਉਹਦੇ ਵਿੱਚ ਗੁਣ ਹੋਣਾ ਚਾਹੀਦਾ। ਪ੍ਰੇਰਿਤ ਕਰਨ ਦੇ ਯੋਗ ਹੋਣਾ ਚਾਹੀਦਾ, ਕੈਪੇਬਲ ਹੋਣਾ ਚਾਹੀਦਾ ਹੈ, ਤਾਂ ਕਿ ਉਹ ਆਪਣੇ ਅੰਡਰ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮੋਟੀਵੇਟ ਕਰ ਸਕੇ। ਤੁਰੰਤ ਫੈਸਲੇ ਲੈਣ ਦੀ ਉਹਦੇ ਵਿੱਚ ਅਬਿਲਿਟੀ ਹੋਣੀ ਚਾਹੀਦੀ ਹੈ, ਕੁਇਕ ਡਿਸੀਜਨ ਮੇਕਿੰਗ ਪਾਵਰ। ਕਈ ਵਾਰੀ ਕੀ ਹੁੰਦਾ ਹੈ, ਜਿਹੜਾ ਟੀਮ ਦਾ ਲੀਡਰ ਜਿਹੜਾ ਹੁੰਦਾ ਹੈ ਉਸ ਦੇ ਵਿੱਚ ਇਹ ਬਹੁਤ ਵੱਡਾ ਗੁਣ ਹੈ, ਫੈਸਲੇ ਲੈਣ ਦੀ ਯੋਗਤਾ। ਯਾਨੀ ਕਈ ਵਾਰੀ ਆਪਾਂ ਜੋ ਲੋੜ ਮੁਤਾਬਕ ਫੈਸਲਾ ਲੈਣ ਦੀ ਲੋੜ ਹੁੰਦੀ ਹੈ ਉਸ ਨੂੰ ਲੈਣ ਵਿੱਚ ਦੇਰੀ ਕਰ ਦਿੰਦੇ ਹਾਂ ਔਰ ਕੰਪਨੀ ਨੂੰ ਇਸ ਚੀਜ਼ ਦਾ ਨੁਕਸਾਨ ਹੁੰਦਾ ਹੈ। ਹੌਸਲਾ ਹੋਣਾ ਚਾਹੀਦਾ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਯੋਗਤਾ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਬੜੇ ਗੁਣ ਹਨ ਜਿਹੜੇ ਕਿ ਇੱਕ ਲੀਡਰ ਦੇ ਵਿੱਚ ਹੋਣੇ ਚਾਹੀਦੇ ਹਨ। ਤਾਂ ਬੇਟੇ ਲੀਡਰਸ਼ਿਪ ਦਾ ਬੜਾ ਵੱਡਾ ਰੋਲ ਹੈ ਨਿਰਦੇਸ਼ਨ ਦੇ ਵਿੱਚ। ਲੀਡਰਸ਼ਿਪ ਦਾ ਬਹੁਤ ਵੱਡਾ ਰੋਲ ਹੈ। ਲੋਕਾਂ ਨੂੰ ਪ੍ਰਭਾਵਿਤ ਅਤੇ ਉਤਸ਼ਾਹਿਤ ਕਰਕੇ ਉਹਨਾਂ ਰਾਹੀਂ ਵਿਸ਼ੇਸ਼ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਅਗਵਾਈ ਦੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਅਗਵਾਈ ਜਿਹੜਾ ਹੈ ਪ੍ਰਬੰਧਨ ਦੇ ਕਾਰਜ ਨਿਰਦੇਸ਼ਨ ਦਾ ਇੱਕ ਮਹੱਤਵਪੂਰਨ ਤੱਤ ਹੈ। ਸਫਲਤਾਪੂਰਵਕ ਅਗਵਾਈ ਕਰਨ ਲਈ ਕਿਸੇ ਪ੍ਰਬੰਧਕ ਵਿੱਚ ਕਈ ਵਿਸ਼ੇਸ਼ ਅਤੇ ਵਿਲੱਖਣ ਗੁਣ ਹੋਣੇ ਲਾਜ਼ਮੀ ਹਨ। ਅਗਵਾਈ ਤੋਂ ਭਾਵ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਰਾਹੀਂ ਲੋਕਾਂ ਨੂੰ ਪ੍ਰਭਾਵਿਤ ਅਤੇ ਉਤਸ਼ਾਹਿਤ ਕਰਕੇ ਉਹਨਾਂ ਰਾਹੀਂ ਉਹਨਾਂ ਦੀ ਇੱਛਾ ਨਾਲ ਵਿਸ਼ੇਸ਼ ਉਦੇਸ਼ਾਂ ਦੀ ਪ੍ਰਾਪਤੀ ਲਈ ਯਤਨ ਕੀਤੇ ਜਾਂਦੇ ਹਨ। ਅਗਵਾਈ ਤੋਂ ਭਾਵ ਅਜਿਹੀ ਪ੍ਰਕਿਰਿਆ ਤੋਂ ਹੈ ਜਿਸ ਵਿੱਚ ਉੱਚ ਅਧਿਕਾਰੀਆਂ ਦੁਆਰਾ ਆਪਣੇ ਸਬਆਰਡੀਨੇਟਸ ਜਾਂ ਆਪਣੇ ਅੰਡਰ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪ੍ਰਭਾਵਿਤ ਅਤੇ ਉਤਸ਼ਾਹਿਤ ਕਰਕੇ ਆਪਣੇ ਸੰਗਠਨ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਅਜਿਹੇ ਕਾਰਜ ਕਰਵਾਏ ਜਾਂਦੇ ਹਨ ਜਿਹੜੇ ਕਿ ਉਹਨਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਜ਼ਰੂਰੀ ਹੁੰਦੇ ਹਨ। ਇਸ ਤੋਂ ਬਾਅਦ ਬੇਟੇ ਇਹਦੇ ਵਿੱਚ ਤੁਸੀਂ ਕਰ ਸਕਦੇ ਹੋ ਵਿਸ਼ੇਸ਼ਤਾਵਾਂ, ਬਸ ਉਹੀ ਤੁਸੀਂ ਇੱਥੋਂ ਦੇਖ ਲੈਣੀਆਂ ਹਨ। ਔਰ ਅਗਵਾਈ ਦੀ ਲੋੜ ਜਾਂ ਮਹੱਤਤਾ, ਇਸ ਦੀ ਕੀ ਭੂਮਿਕਾ ਹੈ ਔਰ ਕੀ ਇਸ ਦਾ ਰੋਲ ਹੈ, ਕਿਉਂ ਮਹੱਤਵਪੂਰਨ ਹੈ। ਸੰਗਠਨਾਤਮਕ ਉਦੇਸ਼ਾਂ ਦੀ ਪ੍ਰਾਪਤੀ ਦੇ ਵਿੱਚ ਅਗਵਾਈ ਦਾ ਬੜਾ ਵੱਡਾ ਰੋਲ ਹੈ। ਜੇ ਤੁਹਾਨੂੰ ਅਗਵਾਈ ਕਰਨ ਵਾਲਾ ਸਹੀ ਹੈ, ਤੁਹਾਨੂੰ ਮਾਰਗਦਰਸ਼ਨ ਦੇਣ ਵਾਲਾ ਵਿਅਕਤੀ ਸਹੀ ਹੈ, ਤਾਂ ਹੀ ਆਪਾਂ ਸੰਗਠਨ ਦੇ ਜਿਹੜੇ ਉਦੇਸ਼ ਨੇ ਉਹਨਾਂ ਦੀ ਪ੍ਰਾਪਤੀ ਕਰ ਸਕਦੇ ਹਾਂ। ਤਾਲਮੇਲ ਅਤੇ ਸਹਿਯੋਗ ਬਣਾਉਣ ਦੇ ਵਿੱਚ ਇੱਕ ਬੜਾ ਵੱਡਾ ਅਗਵਾਈ ਦਾ ਬੜਾ ਵੱਡਾ ਰੋਲ ਹੁੰਦਾ ਹੈ। ਲੀਡਰ ਦੇ ਰੂਪ ਵਿੱਚ ਇੱਕ ਪ੍ਰਬੰਧਕ ਦੁਆਰਾ ਆਪਣੇ ਕਰਮਚਾਰੀਆਂ ਦੇ ਵਿੱਚ ਆਪਸੀ ਸਹਿਯੋਗ ਅਤੇ ਤਾਲਮੇਲ ਬਣਾ ਕੇ ਇੱਕ ਟੀਮ ਦੀ ਭਾਵਨਾ ਨਾਲ ਕੰਮ ਕਰਕੇ ਜਿਹੜੇ ਸੰਗਠਨ ਦੇ ਉਦੇਸ਼ ਨੇ ਉਹਨਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਲੋੜ ਪੈਣ 'ਤੇ ਪਰਿਵਰਤਨ ਲਿਆਉਣ ਦੇ ਵਿੱਚ ਵੀ ਇਹ ਚੀਜ਼ ਸਹਾਇਕ ਹੁੰਦੀ ਹੈ। ਜਿਵੇਂ ਲੋੜ ਮੁਤਾਬਕ ਚੇਂਜਿਸ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਚੇਂਜਿਸ ਨੂੰ ਆਪਣੇ ਕਰਮਚਾਰੀਆਂ ਦੇ ਨਾਲ ਗੱਲ ਕਰਕੇ, ਤਾਂ ਜਿਸ ਤਰ੍ਹਾਂ ਦੀਆਂ ਚੇਂਜਿਸ ਸੰਗਠਨ ਦੇ ਵਾਸਤੇ ਜ਼ਰੂਰੀ ਹੁੰਦੀਆਂ ਹਨ ਉਹਨਾਂ ਨੂੰ ਲਿਆਉਣ ਦੇ ਵਿੱਚ ਵੀ ਅਗਵਾਈ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ। ਸ਼ਾਂਤਮਈ ਅਤੇ ਪ੍ਰਭਾਵਪੂਰਨ ਵਾਤਾਵਰਨ ਬਣਾਉਣ ਦੇ ਵਿੱਚ ਪ੍ਰਬੰਧਕ ਦੁਆਰਾ ਇੱਕ ਲੀਡਰ ਦੇ ਰੂਪ ਵਿੱਚ ਕਰਮਚਾਰੀਆਂ ਦੇ ਦੋਸਤ, ਮਾਰਗਦਰਸ਼ਕ ਅਤੇ ਸਹਾਇਕ ਵਜੋਂ ਕਾਰਜ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਉਹ ਕਰਮਚਾਰੀਆਂ ਦੇ ਝਗੜਿਆਂ, ਸਮੱਸਿਆਵਾਂ ਦੇ ਹੱਲ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ, ਜਿਸ ਦੇ ਨਾਲ ਉਹ ਸ਼ਾਂਤਮਈ ਢੰਗ ਨਾਲ, ਪ੍ਰਭਾਵਪੂਰਨ ਢੰਗ ਨਾਲ ਵਧੀਆ ਕਾਰਜ ਕਰਦੇ ਹਨ। ਕਰਮਚਾਰੀਆਂ ਦੀ ਮੋਟੀਵੇਸ਼ਨ ਦੇ ਵਿੱਚ ਉਹ ਬੜਾ ਸਹਾਇਕ ਹੁੰਦਾ ਹੈ। ਉਹਨਾਂ ਦੀ ਸਿਖਲਾਈ, ਜਿੱਥੇ ਵੀ ਉਹਨਾਂ ਨੂੰ ਲੋੜ ਪੈਂਦੀ ਹੈ ਉਹਨਾਂ ਦੀ ਸਿਖਲਾਈ ਕਰਵਾਉਣ ਦੇ ਵਿੱਚ ਬੜਾ ਸਹਾਇਕ ਸਿੱਧ ਹੁੰਦਾ ਹੈ। ਅਗਵਾਈ ਜਿਹੜੀ ਹੈ ਉਹ ਬੜੀਆਂ ਇਹਨਾਂ ਚੀਜ਼ਾਂ ਦੇ ਵਿੱਚ ਸਹਾਇਕ ਸਿੱਧ ਹੁੰਦੀ ਹੈ। ਮਨੁੱਖੀ ਸਾਧਨਾਂ ਦਾ ਉੱਚਤਮ ਪ੍ਰਯੋਗ ਕਰਨ ਦੇ ਵਿੱਚ ਵੀ ਸਹਾਇਕ ਹੁੰਦੀ ਹੈ, ਯਾਨੀ ਆਪਣੇ ਨਾਲ ਦੇ ਕਰਮਚਾਰੀਆਂ ਤੋਂ ਕੰਮ ਲੈਣ ਦੇ ਵਿੱਚ ਅਗਵਾਈ ਬੜਾ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਉਤਪਾਦਕਤਾ ਦੇ ਵਿੱਚ ਵਾਧਾ ਹੁੰਦਾ ਹੈ, ਯਾਨੀ ਪ੍ਰੋਡਕਟੀਵਿਟੀ ਵੱਧਦੀ ਹੈ। ਕਰਮਚਾਰੀਆਂ ਦੀ ਪ੍ਰੋਡਕਟੀਵਿਟੀ, ਕੰਮ ਕਰਨ ਦੀ ਪ੍ਰੋਡਕਟੀਵਿਟੀ ਵੱਧਦੀ ਹੈ, ਜਿਸ ਦੇ ਨਾਲ ਸੰਗਠਨ ਨੂੰ ਇਸ ਦਾ ਫਾਇਦਾ ਮਿਲਦਾ ਹੈ। ਲੀਡਰਸ਼ਿਪ ਦੀਆਂ ਕਈ ਸ਼ੈਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ 'ਤੇ ਆਟੋਕ੍ਰੈਟਿਕ ਜਾਂ ਅਥੋਰਾਈਜੇਸ਼ਨ ਲੀਡਰਸ਼ਿਪ ਸਟਾਈਲ ਜ਼ਿਆਦਾਤਰ ਵਰਤਿਆ ਜਾਂਦਾ ਹੈ, ਜਿਸ ਦੇ ਵਿੱਚ ਅੰਤਰਗਤ ਲੀਡਰ ਨਿਰਣੇ ਲੈਂਦਾ ਹੈ ਔਰ ਬਾਕੀ ਸਾਰਿਆਂ ਨੂੰ ਮੰਨਣੇ ਪੈਂਦੇ ਹਨ। ਉਸ ਦੇ ਆਦੇਸ਼ ਹੀ ਅੰਤਮ ਹੁੰਦਾ ਹੈ, ਉਹਦੇ ਮੁਤਾਬਕ ਹੀ ਸਾਰਿਆਂ ਦੇ ਕੋਲੇ ਇਹ ਆਦੇਸ਼ ਪਹੁੰਚ ਜਾਂਦਾ ਹੈ ਵੀ ਅੱਜ ਮੈਨੇਜਰ ਸਾਹਿਬ ਨੇ ਆਹ ਡਿਸੀਜਨ ਲਿਆ ਹੈ, ਇਹਦੇ ਮੁਤਾਬਕ ਸਭ ਨੂੰ ਕੰਮ ਕਰਨਾ ਪੈਣਾ ਹੈ। ਇਹ ਹੁੰਦੀ ਹੈ ਆਟੋਕ੍ਰੈਟਿਕ ਸਟਾਈਲ, ਜਿਹਨੂੰ ਆਪਾਂ ਕਹਿੰਦੇ ਹਾਂ। ਇੱਕ
ਜਿਵੇਂ ਰਾਜਾ ਦੀ ਸ਼ੈਲੀ ਹੁੰਦੀ ਸੀ ਵੀ ਰਾਜਾ ਨੇ ਜੋ ਹੁਕਮ ਦੇ ਦਿੱਤਾ ਉਹਦੇ ਮੁਤਾਬਕ ਹੀ ਕੰਮ ਕਰਨਾ। ਇਹ ਇਹਦੇ ਵਿੱਚ ਥੱਲੇ ਮਤਹਿਤਾਂ ਨੂੰ ਕੋਈ ਵੀ ਸਬੋਰਡੀਨੇਟਸ ਨੂੰ ਜਾਂ ਨੀਚੇ ਵਾਲੇ ਕਰਮਚਾਰੀਆਂ ਨੂੰ ਕੋਈ ਵੀ ਆਪਣੀ ਗੱਲਬਾਤ ਕਰਨ ਦਾ ਮੌਕਾ ਨਹੀਂ ਮਿਲਦਾ। ਇਸ ਤੋਂ ਬਾਅਦ ਹੁੰਦੀ ਹੈ ਲੋਕਤੰਤਰਿਕ ਜਾਂ ਡੈਮੋਕ੍ਰੈਟਿਕ ਵੇ, ਯਾਨੀ ਇੱਕ ਲੀਡਰ ਜਿਹੜਾ ਹੈ ਉਹ ਸਾਰੀ ਟੀਮ ਨੂੰ ਜਦੋਂ ਨਾਲ ਲੈ ਕੇ ਕੰਮ ਕਰਦਾ ਹੈ ਤਾਂ ਸਾਰਿਆਂ ਦੀ ਰਾਏ ਮੁਤਾਬਕ ਕੰਮ ਕਰਦਾ ਹੈ, ਤਾਂ ਉਹ ਜਿਹੜੀ ਅੱਜ ਕੱਲ੍ਹ ਜ਼ਿਆਦਾ ਵਰਤੀ ਜਾਂਦੀ ਹੈ ਔਰ ਸਾਰਿਆਂ ਦੇ ਸੁਝਾਅ ਜਿਹੜੇ ਕਿ ਚੰਗੇ ਸੁਝਾਅ ਹੁੰਦੇ ਹਨ ਉਹਨਾਂ ਸੁਝਾਵਾਂ ਨੂੰ ਮੰਨ ਕੇ ਇੱਕ ਵਧੀਆ ਡਿਸੀਜਨ ਲੈ ਕੇ ਔਰ ਇੱਕ ਪੂਰੀ ਟੀਮ ਦੀ ਭਾਵਨਾ ਦੇ ਨਾਲ ਕੰਮ ਕਰਦਾ ਹੈ। ਜਿਵੇਂ ਇੱਕ ਕ੍ਰਿਕਟ ਦੇ ਵਿੱਚ ਇੱਕ ਕੈਪਟਨ ਦੀ ਭੂਮਿਕਾ ਹੁੰਦੀ ਹੈ ਔਰ ਸਾਰੀ ਟੀਮ ਰਲ ਮਿਲ ਕੇ ਇੱਕ ਵਧੀਆ ਕੈਪਟਨ ਦੀ ਅਗਵਾਈ ਦੇ ਵਿੱਚ ਮੈਚ ਨੂੰ ਜਿੱਤਣ ਦੇ ਲਈ ਉਤਰਦੀ ਹੈ। ਇਸੇ ਤਰ੍ਹਾਂ ਹੀ ਇੱਕ ਵਧੀਆ ਜਿਹੜਾ ਟੀਮ ਲੀਡਰ ਹੈ ਉਹ ਇੱਕ ਡੈਮੋਕ੍ਰੈਟਿਕ ਵੇ ਦੇ ਨਾਲ, ਇੱਕ ਲੋਕਤੰਤਰੀ ਸ਼ੈਲੀ ਦੇ ਨਾਲ ਇੱਕ ਵਧੀਆ ਪ੍ਰਭਾਵਸ਼ਾਲੀ ਅਗਵਾਈ ਦੇ ਸਕਦਾ ਹੈ। ਇਸ ਤੋਂ ਬਾਅਦ ਹੁੰਦੀ ਹੈ ਪੂਰਨ ਤੌਰ 'ਤੇ ਸੁਤੰਤਰਤਾ ਅਗਵਾਈ ਵਾਲੀ ਸ਼ੈਲੀ, ਜਿਸ ਦੇ ਵਿੱਚ ਕੋਈ ਵੀ ਵਿਅਕਤੀ ਕਿੱਥੇ ਵੀ ਕਿਵੇਂ ਮਰਜ਼ੀ ਕੰਮ ਕਰਦਾ ਫਿਰੇ, ਕੋਈ ਵੀ ਉਹਨੂੰ ਨਹੀਂ ਪੁੱਛਦਾ, ਤਾਂ ਲੀਡਰਲੈਸ ਹੀ ਹੋ ਗਈ ਇੱਕ ਤਰ੍ਹਾਂ ਦੀ ਇਹ ਸ਼ੈਲੀ। ਇਹ ਜਿਹੜੀ ਹੈ ਕੋਈ ਬਹੁਤ ਜ਼ਿਆਦਾ ਮਹੱਤਵਪੂਰਨ ਸ਼ੈਲੀ ਨਹੀਂ ਹੈ, ਜਿਹਦੇ ਮੁਤਾਬਕ ਕੰਮ ਕੋਈ ਬਹੁਤ ਵਧੀਆ ਢੰਗ ਨਾਲ ਨਹੀਂ ਹੋ ਸਕਦਾ। ਤਾਂ ਨੈਕਸਟ ਬੇਟੇ ਜਿਹੜਾ ਆਪਣਾ ਟੌਪਿਕ ਹੈ ਲਾਸਟ ਰਹਿ ਗਿਆ ਉਹ ਹੈ ਕਮਿਊਨੀਕੇਸ਼ਨ। ਕਮਿਊਨੀਕੇਸ਼ਨ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਇੱਕ ਵਿਅਕਤੀ ਦੁਆਰਾ ਦੂਜੇ ਵਿਅਕਤੀਆਂ ਤੱਕ ਜਾਂ ਦੂਜੇ ਵਿਅਕਤੀਆਂ ਦੁਆਰਾ ਇੱਕ ਵਿਅਕਤੀ ਤੱਕ ਆਪਸ ਦੇ ਵਿੱਚ ਵਿਚਾਰਾਂ ਦੇ ਆਦਾਨ ਪ੍ਰਦਾਨ ਦੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਆਪਾਂ ਕਮਿਊਨੀਕੇਸ਼ਨ ਕਹਿੰਦੇ ਹਾਂ। ਯਾਨੀ ਕੋਈ ਵੀ ਮੈਸੇਜ ਜਿਹੜਾ ਹੈ, ਜਿਵੇਂ ਮੰਨ ਲਓ ਇੱਕ ਟੀਚਰ ਦੁਆਰਾ ਬਹੁਤ ਸਾਰੀਆਂ ਗੱਲਾਂ ਆਪਦੇ ਵਿਦਿਆਰਥੀਆਂ ਦੇ ਨਾਲ ਕੀਤੀਆਂ ਜਾਂਦੀਆਂ ਹਨ, ਇਹਨੂੰ ਆਪਾਂ ਕਹਿੰਦੇ ਹਾਂ ਕਮਿਊਨੀਕੇਟ ਕਰਨਾ। ਯਾਨੀ ਜਿਹੜੇ ਟੀਚਰ ਦੇ ਵਿਚਾਰ ਹੁੰਦੇ ਹਨ ਉਹ ਬੱਚਿਆਂ ਤੱਕ ਪਹੁੰਚਦੇ ਹਨ। ਤਾਂ ਸੰਚਾਰ ਜਿਹੜਾ ਹੈ ਇਸ ਦੀ ਕਮਿਊਨੀਕੇਸ਼ਨ ਦੀ, ਕਿਉਂਕਿ ਕਮਿਊਨੀਕੇਸ਼ਨ ਜਦੋਂ ਜਿੰਨੀ ਦੇਰ ਤੱਕ ਆਪਾਂ ਨਿਰਦੇਸ਼ਨ ਦੇ ਵਿੱਚ ਕਮਿਊਨੀਕੇਸ਼ਨ ਦਾ ਬਹੁਤ ਹੀ ਵੱਡਾ ਰੋਲ ਹੈ। ਯਾਨੀ ਮੈਨੇਜਮੈਂਟ ਨੇ ਜੋ ਵੀ ਚੀਜ਼ ਡਿਸਾਈਡ ਕੀਤੀ ਹੈ ਉਸ ਨੂੰ ਅਲੱਗ-ਅਲੱਗ ਮਾਧਿਅਮ ਦੇ ਰਾਹੀਂ ਕੰਮ ਕਰਨ ਵਾਲੇ ਕਰਮਚਾਰੀਆਂ ਤੱਕ ਪਹੁੰਚਾਇਆ ਜਾਂਦਾ ਹੈ। ਹੁਣ ਵੇਖੋ ਕਮਿਊਨੀਕੇਸ਼ਨ ਦੇ ਬੜੇ ਹੀ ਢੰਗ ਹਨ ਜਿਹੜੇ ਆਪਾਂ ਵਰਤਦੇ ਹਾਂ। ਅੱਜ ਕੱਲ੍ਹ ਕਮਿਊਨੀਕੇਸ਼ਨ ਦੇ ਕਈ ਸਾਧਨ ਹਨ, ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਕਮਿਊਨੀਕੇਸ਼ਨ ਕੀਤਾ ਜਾਂਦਾ ਹੈ। ਵੇਖੋ ਜਿਵੇਂ ਹੁਣ ਕੋਵਿਡ ਦਾ ਸਮਾਂ ਸੀ ਤਾਂ ਆਪਣੇ ਤੱਕ ਸੂਚਨਾਵਾਂ ਕਿਵੇਂ ਪਹੁੰਚਦੀਆਂ ਰਹੀਆਂ, ਜੋ ਸਰਕਾਰ ਆਪਣੇ ਤੱਕ ਮੈਸੇਜ ਲਗਾਉਣਾ ਚਾਹੁੰਦੀ ਸੀ, ਕਮਿਊਨੀਕੇਸ਼ਨ ਆਪਣੇ ਤੱਕ ਕਿਵੇਂ ਹੁੰਦਾ ਰਿਹਾ। ਸਰਕਾਰ ਨੇ ਜੋ ਵੀ ਮੈਸੇਜ ਆਪਣੇ ਤੱਕ ਲਗਾਉਣਾ ਹੁੰਦਾ ਸੀ ਤਾਂ ਉਹ ਮੈਸੇਜ ਜਿਹੜੇ ਨੇ ਟੀਵੀ ਦੇ ਰਾਹੀਂ ਆਪਣੇ ਤੱਕ ਕਮਿਊਨੀਕੇਟ ਕੀਤੇ ਜਾਂਦੇ ਸੀ, ਜਾਂ ਰੇਡੀਓ ਦੇ ਰਾਹੀਂ, ਜਾਂ ਅਖਬਾਰਾਂ ਦੇ ਮਾਧਿਅਮ ਦੇ ਰਾਹੀਂ, ਜਾਂ ਵਟਸਐਪ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ, ਟੈਲੀਫੋਨ ਦੇ ਰਾਹੀਂ। ਜਿਵੇਂ ਤੁਸੀਂ ਵੇਖਿਆ ਹੋਵੇਗਾ ਟੈਲੀਫੋਨ ਦੇ ਉੱਪਰ ਕਾਲਰ ਟਿਊਨ ਲੱਗੀ ਹੋਈ ਸੀ, ਜੋ ਮੈਸੇਜ ਸਰਕਾਰ ਆਪਣੇ ਤੱਕ ਪਹੁੰਚਾਉਣਾ ਚਾਹੁੰਦੀ ਸੀ ਉਹ ਟਿਊਨ ਹੀ ਉਹਨੇ ਫਿਕਸ ਕਰ ਦਿੱਤੀ। ਤਾਂ ਕਮਿਊਨੀਕੇਸ਼ਨ ਦੇ ਬੇਟੇ ਬਹੁਤ ਸਾਰੇ ਢੰਗ ਨੇ। ਕਿਸੇ ਵੀ ਫੈਕਟਰੀ ਜਾਂ ਕਿਸੇ ਵੀ ਅਦਾਰੇ ਦੇ ਵਿੱਚ ਉੱਚ ਪੱਧਰੀ ਪ੍ਰਬੰਧਨ ਦੁਆਰਾ ਆਪਣੇ ਸਬੋਰਡੀਨੇਟਸ ਤੱਕ, ਥੱਲੇ ਤੋਂ ਥੱਲੇ ਵਾਲੇ ਵਿਅਕਤੀ ਤੱਕ ਮੈਸੇਜ ਪਹੁੰਚਾਉਣ ਦੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਆਪਾਂ ਕਮਿਊਨੀਕੇਸ਼ਨ ਕਹਿੰਦੇ ਹਾਂ। ਡੈਫੀਨੇਸ਼ਨ ਦੀ ਜੇ ਆਪਾਂ ਗੱਲ ਕਰੀਏ ਸਧਾਰਨ ਸ਼ਬਦਾਂ ਦੇ ਵਿੱਚ, ਸੰਚਾਰ ਤੋਂ ਭਾਵ ਜਾਣਕਾਰੀ ਅਤੇ ਸਮਝ ਨੂੰ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਹਸਤਾਂਤਰਿਤ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਆਪਾਂ ਕਮਿਊਨੀਕੇਸ਼ਨ ਕਹਿੰਦੇ ਹਾਂ। ਸੰਚਾਰ ਉਹ ਪ੍ਰਕਿਰਿਆ ਹੁੰਦੀ ਹੈ ਜਿਸ ਰਾਹੀਂ ਲੋਕ ਜਾਣਕਾਰੀ ਨੂੰ ਪੈਦਾ ਕਰਦੇ ਹਨ ਅਤੇ ਇੱਕ ਦੂਜੇ ਨਾਲ ਸਾਂਝਾ ਕਰਦੇ ਹਨ ਤਾਂ ਜੋ ਕਿ ਇੱਕ ਸਮਾਨ ਸਮਝ ਪੈਦਾ ਕੀਤੀ ਜਾਵੇ। ਇਸ ਦੇ ਵਿੱਚ ਦੋ ਵਿਅਕਤੀ ਹੋਣੇ ਬੜੇ ਜ਼ਰੂਰੀ ਹਨ। ਇੱਕ ਹਨ ਸੰਦੇਸ਼ ਨੂੰ ਭੇਜਣ ਵਾਲਾ ਤੇ ਦੂਸਰਾ ਹੈ ਸੰਦੇਸ਼ ਨੂੰ ਪ੍ਰਾਪਤ ਕਰਨ ਵਾਲਾ। ਜਾਣਕਾਰੀ ਨੂੰ ਭੇਜਣ ਵਾਲੇ ਤੋਂ ਪ੍ਰਾਪਤਕਰਤਾ ਤੱਕ ਹਸਤਾਂਤਰਿਤ ਕਰਨਾ ਤਾਂ ਜੋ ਕਿ ਪ੍ਰਾਪਤਕਰਤਾ ਉਸ ਜਾਣਕਾਰੀ ਨੂੰ ਸਮਝ ਸਕੇ ਹੀ ਸੰਚਾਰ ਹੁੰਦਾ ਹੈ। ਕਮਿਊਨੀਕੇਸ਼ਨ ਇਜ਼ ਦਾ ਟ੍ਰਾਂਸਫਰ ਆਫ ਇਨਫੋਰਮੇਸ਼ਨ ਫਰੋਮ ਦਾ ਸੈਂਡਰ ਟੂ ਦਾ ਰਿਸੀਵਰ ਵਿਦ ਦਾ ਇਨਫੋਰਮੇਸ਼ਨ ਬੀਇੰਗ ਅੰਡਰਸਟੂਡ ਬਾਏ ਦਾ ਰਿਸੀਵਰ। ਤਾਂ ਜਦੋਂ ਬੇਟੇ ਤੁਸੀਂ ਇਹਨੂੰ ਪੜ੍ਹੋਗੇ ਤਾਂ ਸੰਚਾਰ ਦੀਆਂ ਵਿਸ਼ੇਸ਼ਤਾਵਾਂ ਔਰ ਇਸ ਦੇ ਉਦੇਸ਼ ਔਰ ਇਸ ਦੇ ਫਾਇਦੇ ਤਾਂ ਤੁਸੀਂ ਪੜ੍ਹ ਹੀ ਲੈਣੇ ਨੇ, ਬੜੇ ਸੌਖੇ ਨੇ। ਤਾਂ ਸੰਚਾਰ ਦੀਆਂ ਕਿਸਮਾਂ ਇੱਥੇ ਬੜੀਆਂ ਮਹੱਤਵਪੂਰਨ ਨੇ ਜਿਹੜੀਆਂ ਕਿ ਮੈਂ ਥੋੜ੍ਹੀਆਂ ਜਿਹੀਆਂ ਡਿਸਕਸ ਕਰਨੀਆਂ ਚਾਹੁੰਦਾ ਹਾਂ। ਸੰਚਾਰ ਦੀਆਂ ਫਾਰਮਸ ਆਫ, ਇਹਦੀਆਂ ਦੋ ਫਾਰਮਸ ਹੁੰਦੀਆਂ ਨੇ, ਇੱਕ ਹੁੰਦਾ ਹੈ ਫਾਰਮਲ ਕਮਿਊਨੀਕੇਸ਼ਨ, ਇੱਕ ਹੁੰਦਾ ਇਨਫਾਰਮਲ ਕਮਿਊਨੀਕੇਸ਼ਨ। ਫਾਰਮਲ ਕਮਿਊਨੀਕੇਸ਼ਨ ਹੁੰਦਾ ਹੈ ਜਿਹੜਾ ਕਿ
ਬੜਾ ਜ਼ਰੂਰੀ ਚਿੱਠੀ ਪੱਤਰ ਜਿਹੜਾ ਹੈ ਉਹ ਕਰਮਚਾਰੀਆਂ ਦੇ ਨਾਲ ਸਾਂਝਾ ਕੀਤਾ ਜਾਂਦਾ ਹੈ। ਜਿਵੇਂ ਕਿ ਮੰਨ ਲਓ ਹੁਣ ਤੁਸੀਂ ਵੇਖਿਆ ਹੋਊਗਾ ਤੁਹਾਡੇ WhatsApp ਦੇ ਗਰੁੱਪਾਂ ਦੇ ਵਿੱਚ ਬੜੀਆਂ ਜ਼ਰੂਰੀ ਸੂਚਨਾਵਾਂ ਅਸੀਂ ਭੇਜਦੇ ਰਹਿੰਦੇ ਹਾਂ। ਕਈ ਵਾਰੀ ਆਪਾਂ ਨੂੰ ਚਿੱਠੀਆਂ ਆਉਂਦੀਆਂ ਹਨ, ਉਹ ਕਿਵੇਂ ਆਉਂਦੀਆਂ ਹਨ? ਉੱਪਰੋਂ ਟੌਪ ਲੈਵਲ ਜਿਹੜਾ ਮੰਨ ਲਓ ਬੋਰਡ ਦੀ ਕੋਈ ਚਿੱਠੀ ਆਉਂਦੀ ਹੈ ਤਾਂ ਬੋਰਡ ਦੇ ਚੇਅਰਮੈਨ ਦੁਆਰਾ ਜਿਹੜੀ ਵੀ ਚਿੱਠੀ ਜਾਰੀ ਕੀਤੀ ਜਾਂਦੀ ਹੈ ਉਹ ਚਿੱਠੀ ਪਹਿਲਾਂ ਡੀਓ ਦਫ਼ਤਰ ਪਹੁੰਚਦੀ ਹੈ, ਡੀਓ ਦਫ਼ਤਰ ਤੋਂ ਸਕੂਲਾਂ ਦੇ ਵਿੱਚ ਪਹੁੰਚਦੀ ਹੈ, ਔਰ ਸਕੂਲਾਂ ਤੋਂ ਜਿਹੜੀ ਹੈ ਈਮੇਲ ਦੇ ਰਾਹੀਂ, ਅੱਜ ਕੱਲ੍ਹ ਤਾਂ ਵੈਸੇ ਬੜਾ ਸਿਸਟਮ ਵਧੀਆ ਹੋ ਗਿਆ ਵੀ ਸਾਰੇ ਸਕੂਲਾਂ ਨੂੰ ਇਕੱਠੀ ਹੀ ਪਹੁੰਚ ਜਾਂਦੀ ਹੈ, ਨਾਲ ਦੀ ਨਾਲ ਹੀ ਡੀਓ ਨੂੰ ਪਹੁੰਚਦੀ ਹੈ, ਡੀਓ ਸਾਹਿਬ ਨੂੰ ਪਹੁੰਚਦੀ ਹੈ, ਔਰ ਉਸ ਤੋਂ ਬਾਅਦ ਹੀ ਨਾਲ ਦੀ ਨਾਲ ਹੀ ਸਕੂਲਾਂ ਦੇ ਵਿੱਚ ਪਹੁੰਚ ਜਾਂਦੀ ਹੈ। ਤਾਂ ਉਹੀ ਜਿਹੜੀ ਸੂਚਨਾ ਹੈ ਜਿਹੜੀ ਕਿ ਸਕੂਲ ਦੇ ਵਿੱਚ ਪਹੁੰਚਦੀ ਹੈ ਪ੍ਰਿੰਸੀਪਲ ਸਰ ਦੇ ਕੋਲੇ, ਉਸ ਤੋਂ ਬਾਅਦ ਉਹ ਟੀਚਰਾਂ ਤੱਕ ਚਿੱਠੀ ਪਹੁੰਚਦੀ ਹੈ, ਔਰ ਚਿੱਠੀ ਉਹ ਫਿਰ ਉਹੀ ਚਿੱਠੀ ਤੁਹਾਡੀ ਬੱਚਿਆਂ ਦੇ ਨਾਲ ਸਾਂਝੀ ਕਰ ਲਈ ਜਾਂਦੀ ਹੈ। ਤਾਂ ਇਸੇ ਤਰ੍ਹਾਂ ਹੀ ਬੇਟੇ ਟੌਪ ਲੈਵਲ ਤੋਂ ਲੈ ਕੇ ਲੋਅਰ ਲੈਵਲ ਤੱਕ, ਯਾਨੀ ਜਿਹੜੀ ਕਿ ਸੂਚਨਾ ਵੇਖੋ ਤੁਹਾਡੇ ਵਾਸਤੇ ਜ਼ਰੂਰੀ ਸੀ, ਤੁਹਾਡੇ ਮੰਨ ਲਓ ਫੀਸਾਂ ਦੇ ਸੰਬੰਧ ਵਿੱਚ ਜਾਂ ਵਜ਼ੀਫਿਆਂ ਦੇ ਸੰਬੰਧ ਵਿੱਚ, ਜਾਂ ਕੋਈ ਵੀ ਚਿੱਠੀ ਸੀ ਜਿਹੜੀ ਕਿ ਤੁਹਾਡੇ ਵਾਸਤੇ ਜਾਰੀ ਕੀਤੀ ਗਈ, ਤੁਹਾਡੇ ਤੱਕ ਪਹੁੰਚਣੀ ਸੀ, ਉਹ ਕਿਤੋਂ ਕਿਤੋਂ ਹੁੰਦੀ ਹੋਈ ਇੱਕ ਪ੍ਰੋਸੀਜਰ ਫੋਲੋ ਕਰਦੀ ਹੋਈ ਤੁਹਾਡੇ ਤੱਕ ਪਹੁੰਚਦੀ ਹੈ। ਔਰ ਇਸੇ ਤਰ੍ਹਾਂ ਹੀ ਕਿਸੇ ਫੈਕਟਰੀ ਜਾਂ ਕਿਸੇ ਅਦਾਰੇ ਦੇ ਵਿੱਚ ਜਿਹੜੀ ਟੌਪ ਲੈਵਲ ਮੈਨੇਜਮੈਂਟ ਹੁੰਦੀ ਹੈ, ਉਸ ਤੋਂ ਜਿਹੜੀ ਵਿਚਕਾਰ ਵਾਲੀ ਮੈਨੇਜਮੈਂਟ ਹੁੰਦੀ ਹੈ, ਮੀਡੀਅਮ ਲੈਵਲ ਮੈਨੇਜਮੈਂਟ, ਉਹਦੇ ਤੱਕ ਉਹ ਸੂਚਨਾ ਪਹੁੰਚਦੀ ਹੈ। ਉਸ ਤੋਂ ਬਾਅਦ ਉਹ ਲੋਅਰ ਲੈਵਲ ਮੈਨੇਜਮੈਂਟ ਦੇ ਕੋਲੇ ਉਸ ਫੈਕਟਰੀ ਦੇ ਵਿੱਚ ਉਹ ਸੂਚਨਾ ਪਹੁੰਚਦੀ ਹੈ, ਔਰ ਉਸ ਤੇ ਫੈਕਟਰੀ ਦੇ ਵਿੱਚ ਜਿਹੜੇ ਅਲੱਗ-ਅਲੱਗ ਅਦਾਰੇ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਆਪਾਂ ਜਿਹੜੇ ਅਲੱਗ-ਅਲੱਗ ਵਿਭਾਗ ਬਣੇ ਹੁੰਦੇ ਹਨ, ਉਹਨਾਂ ਵਿਭਾਗਾਂ ਤੱਕ ਪਹੁੰਚਦੀ ਹੈ, ਔਰ ਵਿਭਾਗਾਂ ਦੇ ਜਿਹੜੇ ਸੁਪਰਵਾਈਜ਼ਰ ਹੁੰਦੇ ਨੇ ਉਹ ਅੱਗੇ ਕਰਮਚਾਰੀਆਂ ਤੱਕ ਉਹ ਸੂਚਨਾ ਪਹੁੰਚਾਉਂਦੇ ਹਨ। ਇਸ ਨੂੰ ਆਪਾਂ ਕਹਿੰਦੇ ਹਾਂ ਬੇਟੇ ਫਾਰਮਲ ਜਿਹੜੀ ਹੈ ਕਮਿਊਨੀਕੇਸ਼ਨ। ਇਸੇ ਤਰ੍ਹਾਂ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਬੇਟੇ ਗੈਰ ਰਸਮੀ ਹੁੰਦੀਆਂ ਨੇ, ਜਿਹਨੂੰ ਆਪਾਂ ਇਨਫਾਰਮਲ ਜਿਹੜੀਆਂ ਨੇ ਸੂਚਨਾਵਾਂ ਕਹਿੰਦੇ ਹਨ, ਜਿਹੜੀਆਂ ਇੱਧਰੋਂ ਉੱਧਰੋਂ ਆਪਾਂ ਨੂੰ ਕਿਤੋਂ ਵੀ ਆਪਸ ਦੇ ਵਿੱਚ ਗੱਲਾਂ ਬਾਤਾਂ ਰਾਹੀਂ, ਸੋਸ਼ਲ ਮੀਡੀਆ ਰਾਹੀਂ ਜਿਹੜਾ ਸੰਚਾਰ ਹੁੰਦਾ ਹੈ, ਉਹ ਕਿਸੇ ਵੀ ਢੰਗ ਨਾਲ ਜਿਹੜੀਆਂ ਆਪਣੇ ਕੋਲ ਸੂਚਨਾਵਾਂ ਪਹੁੰਚ ਜਾਂਦੀਆਂ ਹਨ, ਜਿਹੜੀਆਂ ਕਿ ਫਾਰਮਲੀ ਆਪਾਂ ਨੂੰ ਨਹੀਂ ਭੇਜੀਆਂ ਜਾਂਦੀਆਂ, ਉਹਨਾਂ ਨੂੰ ਆਪਾਂ ਇਨਫਾਰਮਲ ਜਾਂ ਗੈਰ ਰਸਮੀ ਸੰਚਾਰ ਕਹਿੰਦੇ ਹਾਂ। ਇਹਨਾਂ ਨੂੰ ਜਦੋਂ ਤੁਸੀਂ ਪੜ੍ਹੋਗੇ ਤਾਂ ਸਹੀ ਜਿਹੜਾ ਮੈਥਡ ਹੁੰਦਾ ਹੈ ਉਹ ਹੈ A to B, B to C, C to D, D to E, ਯਾਨੀ ਪਹਿਲੇ ਟੌਪ ਲੈਵਲ, ਫਿਰ ਉਸ ਤੋਂ ਥੱਲੇ, ਫਿਰ ਉਸ ਤੋਂ ਥੱਲੇ, ਫਿਰ ਉਸ ਤੋਂ ਥੱਲੇ, ਫਿਰ ਉਸ ਤੋਂ ਥੱਲੇ, ਜਿਵੇਂ ਵੀ ਲੋੜ ਪੈਂਦੀ ਹੈ। ਔਰ ਇਸੇ ਤਰ੍ਹਾਂ ਹੀ ਜੇ ਬੱਚਿਆਂ ਦੀ ਕੋਈ ਵੀ ਸੂਚਨਾ ਉੱਪਰ ਤੱਕ ਭੇਜਣੀ ਹੋਵੇ ਤਾਂ ਪਹਿਲਾਂ ਬੱਚੇ ਟੀਚਰ ਨੂੰ ਦੱਸਣਗੇ, ਟੀਚਰ ਪ੍ਰਿੰਸੀਪਲ ਸਰ ਨੂੰ ਦੱਸਣਗੇ, ਪ੍ਰਿੰਸੀਪਲ ਸਰ ਡੀਓ ਸਾਹਿਬ ਤੱਕ ਲੈ ਕੇ ਜਾਣਗੇ, ਔਰ ਡੀਓ ਸਾਹਿਬ ਤੋਂ ਅੱਗੇ ਚੰਡੀਗੜ੍ਹ ਜਾਂ ਚੇਅਰਮੈਨ ਸਾਹਿਬ ਤੱਕ ਜਾਂ ਉਸ ਤੋਂ ਉੱਪਰ ਸੈਕਟਰੀ ਸਾਹਿਬ ਤੱਕ ਉਹ ਸੂਚਨਾ ਪਹੁੰਚਾ ਦਿੱਤੀ ਜਾਵੇਗੀ। ਤਾਂ ਇਸ ਤਰ੍ਹਾਂ ਉੱਪਰੋਂ ਥੱਲੇ ਔਰ ਥੱਲਿਓਂ ਉੱਪਰ ਨੂੰ ਸੰਚਾਰ ਜਿਹੜਾ ਹੈ ਹੁੰਦਾ ਹੈ, ਜਿਸ ਨੂੰ ਆਪਾਂ ਫਾਰਮਲ ਕਮਿਊਨੀਕੇਸ਼ਨ ਕਹਿੰਦੇ ਹਾਂ। ਔਰ ਇਹਦੇ ਫਾਰਮਲ ਕਮਿਊਨੀਕੇਸ਼ਨ ਦੇ ਬੇਟੇ ਨੈਟਵਰਕਸ ਦੀਆਂ ਕਈ ਤਰ੍ਹਾਂ ਦੀਆਂ ਹੋਰ ਵੀ ਟਾਈਪਸ ਹਨ, ਜਿਵੇਂ ਆਪਾਂ ਦੋ ਡਿਸਕਸ ਕੀਤੀਆਂ, ਹੇਠਾਂ ਵੱਲ ਨੂੰ ਸੰਚਾਰ, ਉੱਪਰ ਵੱਲ ਨੂੰ ਸੰਚਾਰ। ਇਸੇ ਤਰ੍ਹਾਂ ਹੌਰੀਜ਼ੌਂਟਲ ਸੰਚਾਰ, ਜਿਹਨੂੰ ਆਪਾਂ ਕਹਿੰਦੇ ਹਾਂ ਸਮਤਲ ਸੰਚਾਰ, ਜਿਵੇਂ ਇੱਕ ਵਿਭਾਗ ਨੇ ਦੂਜੇ ਵਿਭਾਗ ਦੇ ਮੁਖੀ ਨੂੰ ਸੂਚਨਾ ਦੇਤੀ। ਮੰਨ ਲਓ ਇੱਕ ਪ੍ਰੋਡਕਸ਼ਨ ਵਿਭਾਗ ਹੈ, ਇੱਕ ਖਰੀਦ ਵਿਭਾਗ ਹੈ, ਇੱਕ ਫਾਈਨੈਂਸ ਵਿਭਾਗ ਹੈ। ਉਹਨਾਂ ਵਿਭਾਗਾਂ ਦੇ ਜਿਹੜੇ ਮੁਖੀ ਨੇ ਜਦੋਂ ਵੀ ਕੋਈ ਸੂਚਨਾ ਉੱਪਰੋਂ ਆਉਂਦੀ ਹੈ ਤਾਂ ਇੱਕ ਵਿਭਾਗ ਦੇ ਮੁਖੀ ਤੱਕ ਪਹੁੰਚਾ ਦਿੱਤੀ, ਤਾਂ ਉਸ ਤੋਂ ਬਾਅਦ ਦੂਜੇ ਵਿਭਾਗ ਦੇ ਮੁਖੀ ਨਾਲ ਜੇ ਉਹਨੇ ਸਾਂਝੀ ਕਰਨੀ ਹੈ ਤਾਂ ਉਹ ਆਪਣੇ ਸੇਮ ਰੁਤਬੇ ਵਾਲੇ ਨਾਲ ਉਹ ਆਪ ਡਿਸਕਸ ਕਰ ਲਵੇ, ਉਸ ਚੀਜ਼ ਨੂੰ, ਉਸ ਸੂਚਨਾ ਨੂੰ ਪਹੁੰਚਾ ਦੇਵੇ। ਜਿਵੇਂ ਇੱਕ ਟੀਚਰ ਤੱਕ ਸੂਚਨਾ ਅਸੀਂ ਮੰਨ ਲਓ ਪ੍ਰਿੰਸੀਪਲ ਸਰ ਨੇ ਇੱਕ ਟੀਚਰ ਤੱਕ ਸੂਚਨਾ ਪਹੁੰਚਾ ਦਿੱਤੀ, ਤਾਂ ਇੱਕ ਟੀਚਰ ਨੇ ਦੂਜੇ ਤੱਕ ਪਹੁੰਚਾ ਦਿੱਤੀ, ਤਾਂ ਉਹ ਸੇਮ ਹੋ ਗਿਆ ਨਾ। ਜਿਵੇਂ ਕਮਰਸ ਵਿਭਾਗ ਦੀ ਕੋਈ ਸੂਚਨਾ ਹੋਵੇ, ਮੇਰੇ ਤੱਕ ਪਹੁੰਚਾ ਦਿੱਤੀ ਜਾਂ ਦੂਜੇ ਸਰ ਮੋਂਗਾ ਸਰ ਤੱਕ ਪਹੁੰਚਾ ਦਿੱਤੀ, ਤਾਂ ਉਹ ਸੂਚਨਾ ਸੇਮ ਹੌਰੀਜ਼ੌਂਟਲੀ ਉਸ ਪੱਧਰ ਤੇ ਪਹੁੰਚ ਜਾਂਦੀ ਹੈ। ਤਾਂ ਇਸ ਨੂੰ ਆਪਾਂ ਕਹਿੰਦੇ ਹਾਂ ਹੌਰੀਜ਼ੌਂਟਲ ਸੰਚਾਰ। ਤਾਂ ਇਸੇ ਤਰ੍ਹਾਂ ਤਿਰਛਾ ਸੰਚਾਰ ਹੁੰਦਾ ਵੀ, ਯਾਨੀ ਕੋਈ ਵੀ ਸੂਚਨਾ ਕਿਸੇ ਤੱਕ ਵੀ ਪਹਿਲੇ ਪਹੁੰਚਾ ਦਿੱਤੀ, ਉਹਨੇ ਅੱਗੇ ਕਿਸੇ ਤੱਕ ਪਹੁੰਚਾ ਦਿੱਤੀ, ਹਰੇਕ ਤੱਕ ਉਹ ਸੂਚਨਾ ਜਿੱਧਰੋਂ ਮਰਜ਼ੀ ਟਰੈਵਲ ਕਰਦੀ ਹੋਈ ਪਹੁੰਚ ਗਈ, ਤਾਂ ਉਹ ਸਾਰੇ ਸਟਾਫ ਦੇ ਵਿੱਚ ਉਹ ਸੂਚਨਾ ਫੈਲ ਗਈ। ਤਾਂ ਇਸ ਨੂੰ ਆਪਾਂ ਕਹਿੰਦੇ ਹਾਂ ਡਾਇਗਨਲ ਕਮਿਊਨੀਕੇਸ਼ਨ ਜਾਂ ਤਿਰਛਾ ਸੰਚਾਰ। ਇਸੇ ਤਰ੍ਹਾਂ ਹੀ ਬੇਟੇ ਅੱਗੇ ਜਿਹੜੇ ਰਸਮੀ ਸੰਚਾਰ ਦੇ ਨੈਟਵਰਕਸ ਹੁੰਦੇ ਹਨ, ਕੁਝ ਨੈਟਵਰਕਸ ਬਣੇ ਹੋਏ ਹਨ, ਇਹਨਾਂ ਨੂੰ ਤੁਸੀਂ ਦੇਖ ਲੈਣਾ ਹੈ ਚੰਗੀ ਤਰ੍ਹਾਂ।
ਇਸ ਚੈਪਟਰ ਨੂੰ ਜਾਂ ਇਸ ਦੇ ਜਿਹੜੇ ਪੁਆਇੰਟਸ ਨੇ ਫਾਰਮਲ ਤੇ ਇਨਫਾਰਮਲ ਸੰਚਾਰ ਦੀਆਂ ਜਿਹੜੀਆਂ ਦੇ ਡਿਫਰੈਂਸ ਨੇ ਇਹ ਤੁਸੀਂ ਕਰ ਲੈਣੇ ਨੇ। ਉਸ ਤੋਂ ਬਾਅਦ ਬੇਟੇ ਮਾਧਿਅਮ ਤਾਂ ਤੁਹਾਨੂੰ ਪਤਾ ਹੀ ਹੈ, ਅੱਜ ਕੱਲ੍ਹ ਬੜੇ ਮਾਧਿਅਮ ਨੇ ਆਪਣੀ ਕਮਿਊਨੀਕੇਸ਼ਨ ਨੂੰ ਰਿਟਨ ਦੇ ਵਿੱਚ ਵੀ ਔਰ ਜ਼ੁਬਾਨੀ ਵੀ ਔਰ ਸੋਸ਼ਲ ਮੀਡੀਆ ਦੇ ਰਾਹੀਂ ਵੀ ਬਹੁਤ ਤਰ੍ਹਾਂ ਦੇ ਅੱਜ ਕੱਲ੍ਹ ਸੰਕੇਤਕ ਲੈਂਗੁਏਜ ਵੀ ਬੜੀ ਤਰ੍ਹਾਂ ਦੀਆਂ ਚੱਲਦੀਆਂ ਹਨ। ਇਹ ਬੇਟੇ ਚੈਪਟਰ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਕਮਿਊਨੀਕੇਸ਼ਨ ਵਾਲੇ ਨੂੰ। ਜੇ ਫਿਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਆਪਾਂ ਇਸ ਨੂੰ ਫਿਰ ਵੀ ਡਿਸਕਸ ਕਰ ਲਵਾਂਗੇ। ਤਾਂ ਮੇਰੀ ਸਭ ਨੂੰ ਇਹੀ ਗੁਜ਼ਾਰਿਸ਼ ਹੈਗੀ ਹੈ ਵੀ ਇਸ ਜਿਹੜੀ ਇਹ ਵਾਲੇ ਟੌਪਿਕ ਨੇ ਚਾਰੋਂ, ਇਹਨਾਂ ਦੇ ਚਾਰਾਂ ਦੇ ਉੱਤੇ ਵੱਡੇ ਵੱਡੇ ਪ੍ਰਸ਼ਨ ਜਿਹੜੇ ਨੇ ਉਹ ਬਣਦੇ ਹਨ ਔਰ ਇਹਨਾਂ ਦੇ ਕਈ ਪ੍ਰਸ਼ਨ ਆਉਂਦੇ ਹਨ। ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਪੜ੍ਹਨਾ ਹੈ ਔਰ ਯਾਦ ਕਰਨਾ ਹੈ ਔਰ ਜਿਹੜੇ ਇਹਨਾਂ ਦੇ ਮਗਰ ਬੈਕ ਐਕਸਰਸਾਈਜ਼ ਦੇ ਵਿੱਚ ਪ੍ਰਸ਼ਨ ਦਿੱਤੇ ਗਏ ਹਨ ਉਹਨਾਂ ਨੂੰ ਧਿਆਨ ਨਾਲ ਨੋਟ ਕਰਨਾ ਹੈ ਔਰ ਉਹਦੇ ਮੁਤਾਬਕ ਹੀ ਇਹਨਾਂ ਦੀ ਤਿਆਰੀ ਕਰਨੀ ਹੈ। ਲੋੜ ਪੈਣ 'ਤੇ ਇਸ ਲੈਕਚਰ ਨੂੰ ਦੁਬਾਰਾ ਵੀ ਸੁਣਿਆ ਜਾ ਸਕਦਾ ਹੈ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।